भीखा को खाली नहीं, हाँ जी सबकी गठड़ी लाल। जी महाराज गांठ खोल देखे नहीं तांते भय कंगाल। आई गल लाल ते सबकी गठड़ी लाल। सब ਨੂੰ ਕਿਰਪਾ ਕੀਤੀ ਹੋਈ ਹੈ ਤਾਂ ਪਰਮਾਤਮਾ परमात्मा ਸਾਡੇ ਅੰਦਰ ਹੈ ਨਾ। ਨੇ ਪਰਮਾਤਮਾ ਅੰਦਰ ਆਉ ਤੋਂ ਬਾਹਰ ਕੋਈ ਚੀਜ਼ ਨਹੀਂ परमात्मा ਨਾਂ ਦੀ ਜਿਹੜੀ ਚੀਜ਼ ਹੈ ਉਹ ਸਾਡੇ ਅੰਦਰ ਹੈ। ਜੀ ਮਹਾਰਾਜ ਉਹ ਮੈਂ ਇਹ ਹੁਣੀ ਗੁਨਗੁਨਾ ਰਿਹਾ ਸੀ ਇੱਕ ਸ਼ਬਦ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੈ। मोको कहाँ ढूंढे रे बंदे मैं तो तेरे पास में, ना मंदिर में ना मस्जिद में ना काबे कैलाश में, मैं तू हो तेरी श्वासन के पास में। श्वासन गुरबाणी का नहीं है, चल हाँ जी किसी संत दा वो मेरे ਗੱਲ ਤਾਂ ਗੁਰਬਾਣੀ ਵਾਲੀ ਹੋਈ ਹੈ जा ਨਾ। जाओ ਜੋ ਰਵਿਦਾਸ ਜੀ ਕਹਿੰਦੇ ਨੇ ओहो ਕੌਰ ਰਵਿਦਾਸ ਹੱਥ ਪੈ ਨੇਰੇ सहजे होए सो सहजे ਦੂਰ ਨਹੀਂ ਹੈ नेड़े ना ही दूर। गुरु ग्रंथ साहब पंजवे पातशाह चौक। हाँ जी हाँ जी नेड़े ना ही दूर, निज आत्मे रिया भरपूर। निज ਆਪਦੀ ਆਤਮਾ ਦੇ निज आत्मे रिया भरपूर परे है, घट नहीं है। बाहर देखने आए भाई ऐ फर्क पै जाता, ऐ कमी है, ऐ धोखा। ਇਹਨੂੰ ਸਭ ਸਮਝਾਉਣ ਦੇ ਤਰੀਕੇ ਆ ਬਾਬਾ ਜੀ ਕੀ ਆਖਿਆ ਜਾਏ, ਇਹਨੂੰ ਸਮਝਾਇਆ ਹੀ ਨਹੀਂ ਜਾ ਸਕਦਾ। ਇਹ ਤਾਂ ਕੋਈ ਸਮਝੇ ਤੇ ਸਮਝ ਲੈ, ਜਿਹੜਾ ਪਿਆਸਾ ਹੈ ਉਹ ਸਮਝ ਜਾਏਗਾ। ਪਿਆਸ ਜ਼ਰੂਰ ਹੋਣੀ ਚਾਹੀਦੀ ਪਿਆਸ ਹੈ ਹੈ, ਤਰੀਕਾ ਇੱਕੋ ਹੀ ਹੈ ਪਿਆਸ ਪੈਦਾ ਕਰਨਾ। ਪਿਆਸ, ਮੁਮੁਕਸ਼ਾ, ਤੜਪ, ਆਕਾਂक्षा ਜਿਤਨੀ ਵੱਧ ਹੋਵੇਗੀ ਤਾਂ ਹੀ ਤਾਂ ਗੁਰੂ ਅਰਜਨ ਸਾਹਿਬ ਨੂੰ ਆਖਣਾ ਪਿਆ ਨਾ, ਜਿਸ ਜਨ ਕੋ ਪ੍ਰਭ ਦਰਜ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ। ਅਰਜਨ ਪਾਤਸ਼ਾਹ ਦੇ ਮੈਂ ਉਹਦੇ ਤੇ ਸਦਕੇ ਜਾਣਾ ਜਿਹਨੂੰ ਪਿਆਸ ਹੈ। ਆਪਾਂ ਗਿਆ ਅਸੀਂ ਜਿਹਨਾਂ ਨੂੰ ਪਿਆਸ ਵਿਰਹ ਵਿਰਹ ਆਖੀਏ ਵਿਰਹ ਤੂੰ ਸੁਲਤਾਨ, ਜਿਸ ਤਨ ਬਿਰਹ ਨਾ ਉਪਜੇ ਸੋ ਤਨ ਜਾਣ ਮਸਾਨ। ਇਹ ਬਗੈਰ ਤੜਪ ਦੀ, ਬਗੈਰ ਉਹਦੇ ਵਿਰਹ ਵਿਰਹ ਦੀ ਇਹ ਮਸਾਨ ਹੈ, ਸ਼ਮਸ਼ਾਨ ਘਾਟ ਹੈ। ਜਿਸ ਤਨ ਬਿਰਹ ਨਾ ਉਪਜੇ ਸੋ ਤਨ ਜਾਣ ਮਸਾਨ। ਇਹ ਬਾਣੀ ਦਾ ਸ਼ਬਦ ਹੈ। ਉਹ ਆਪਣੇ ਨਾ ਹਿੰਦੂ ਗ੍ਰੰਥਾਂ ਦਾ ਵਿਦਾਂਤ ਦਾ ਹੁੰਦਾ ਵੀ ਇੱਕ ਲਾਲ ਆ, ਇਹ 5 ਪਰਦਿਆਂ ਦੇ ਵਿੱਚ ਆ। ਇਹਨੂੰ 5 ਕੋਸ਼ ਕਹਿੰਦੇ ਆ। ਜਿਕਣ ਵੀ ਇੱਕ ਇੱਕ ਲਹਿੰਦਾ ਜਿਕਣ ਮਲ ਦੋਸ਼, ਵਰਨ ਦੋਸ਼। ਇਹ 5 ਤਰ੍ਹਾਂ ਦੀ ਮਤਲਬ ਧੂੜ ਹੀ ਆ। ਇੱਕ ਇੱਕ ਪੜਦਾ ਲਾਹੀ ਚੱਲੋ, ਜਦੋਂ ਪੰਜੇ ਸਾਫ਼ ਹੋ ਗਏ ਨੀਚੇ ਉਹ ਲਾਲ ਦਮਕਾ ਮਾਰਦਾ ਦੇਖ ਪੈਣਾ। ਨਹੀਂ ਪਹਿਲਾਂ ਦੀਦਾ ਨਹੀਂ ਜਾਂ ਢਕਿਆ। ਇੱਕ ਨਹੀਂ ਪਰਮੇਸ਼ਰ ਆਪਣੇ ਅੰਦਰ ਆ ਢਕਿਆ ਹੋਇਆ। ਇਹ ਆਸ਼ਾ ਤ੍ਰਿਸ਼ਨਾ ਚਿੰਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਆਇਸ਼ ਇਹ ਚੀਜ਼ਾਂ ਇਹਦੇ ਚ ਮੇਨ ਇਹਦੇ ਚ ਆ ਵੀ ਹੰਕਾਰ ਜਿੰਨਾ ਚਿਰ ਮੈਂ ਆ ਉਹਨਾਂ ਚਿਰ ਤੂੰ ਨਹੀਂ, ਜਬ ਹਮ ਹੋਤੇ ਤਬ ਤੂੰ ਨਹੀਂ। ਮੇਨ ਸਿੰਪਲ ਸ਼ਬਦਾਂ ਚ ਇਹ ਆ, ਉਹਨੂੰ ਡਿਸਕ੍ਰਿਪਸ਼ਨ ਦੇ ਨਾਲ ਆਪਾਂ ਥੋੜਾ ਜਿਹਾ ਦੂਜੇ ਲੋਟ ਦੱਸਣ ਲੱਗ ਜਾਂਦੇ ਆ। ਮੇਨ ਤਾਂ ਇਹੀ ਆ, ਅਬ ਤੂੰ ਹੀ ਮੈਂ ਨਹੀਂ। ਜਿੰਨਾ ਚਿਰ ਅਗਲਾ ਆਪਦੀ ਅਕਲ ਨਾ ਪਾਉਣਾ ਚਾਹੁੰਦਾ ਉਹਨਾਂ ਚਿਰ ਨਹੀਂ ਪਾਇਆ ਜਾ ਸਕਦਾ ਜਾਂ ਸਰੈਂਡਰ ਹੋ ਜਾਂਦਾ। ਮਹਾਤਮਾ ਬੁੱਧ ਨੂੰ ਜਦ ਗਿਆਨ ਹੋਇਆ ਉਹਨੇ ਬਹੁਤ ਤਪੱਸਿਆ, ਬੜਾ ਕੁਛ ਕਰ ਲਿਆ। ਇੱਕ ਚੌਲ ਦੇ ਦਾਣੇ ਤੇ ਆ ਗਿਆ ਸੀ ਲਾਸਟ। ਨਿਰਵਾਣਾ ਨਦੀ ਦੇ ਵਿੱਚ ਇਸ਼ਨਾਨ ਕਰਨ ਜਾਂਦਾ, ਡਿੱਗ ਪੈਂਦਾ, ਉੱਥੋਂ ਕਿਰਪਾ ਹੋ ਗਈ, ਮਨ ਸ਼ੁੱਧ ਹੋ ਗਿਆ। ਕਹਿੰਦਾ ਤੂੰ ਪਰਮਾਤਮਾ ਏਡੀ ਵੱਡੀ ਚੀਜ਼ ਦਾ ਗਿਆਨ ਕਿੱਥੋਂ ਹਾਸਲ ਕਰ ਲੇਗਾ, ਤੇ ਤੋਂ ਤੁਰ ਕੇ ਤਾਂ ਨਿਕਲ ਨਹੀਂ ਹੁੰਦਾ ਨਦੀ ਚੋਂ ਇਸ਼ਨਾਨ ਕਰਕੇ, ਵੀ ਤੂੰ ਇੰਨਾ ਕਮਜ਼ੋਰ ਹੋ ਚੁੱਕਿਆ। ਬਸ ਉਹ ਐਸੀ ਕਿਰਪਾ ਹੋਈ ਉਸੇ ਦਿਨ ਬੈਠੇ ਨੂੰ ਸਾਖਿਆਤਕਾਰ ਹੋ ਗਿਆ, ਕਿਉਂਕਿ ਉਹਨੇ ਸਾਰੀਆਂ ਹੋਪਾਂ ਛੱਡਤੀਆਂ ਵੀ ਮੈਂ ਨਹੀਂ ਪਾ ਸਕਦਾ, ਹੁਣ ਮੇਰੇ ਕੋਲ ਕੋਈ ਸਾਧਨ ਨਹੀਂ, ਮੈਂ ਤੈਨੂੰ ਢੂੰਡ ਸਕਾਂ। ਹੋਂ ਮਰ ਗਈ। ਹੋਂ ਦਾ ਕੀ ਹੈ ਵੀ ਮੇਰੇ ਆਪਦੇ ਆਪ ਤੇ ਜ਼ਿਆਦਾ ਭਰੋਸਾ। ਸਮਰਪਣ ਉਹਨੂੰ ਗੁਰਪ੍ਰਸਾਦ, ਆਪਣੇ ਗੁਰੂ ਘਰ ਚ ਉਹਨੂੰ ਵੀ ਗੁਰਪ੍ਰਸਾਦ ਕਿਹਾ ਨਾ। ਗੁਰਪ੍ਰਸਾਦ ਦਾ ਮਤਲਬ ਇਹੀ ਹੈ ਕਿ ਹੋਂ ਤਿਸ ਘੋਲ ਕਮਾਇਆ ਗੁਰਮਤਿ ਰਿਦੇ ਗਰੀਬੀ ਆਵੇ।
ਹਿਰਦੇ ਦੀ ਗਰੀਬੀ ਕੀ ਆ ਵੀ ਆਪਦੇ ਆਪ ਮੈਂ ਕੁਝ ਕਰ ਸਕਦਾ ਉਹਨੂੰ ਛੱਡ ਕੇ ਵੀ ਮੈਂ ਵਿੱਚੋਂ ਨਿਕਲ ਗਿਆ, ਬਾਕੀ ਪਰਮਾਤਮਾ ਬਚੇਗਾ, ਉਹ ਤੇ ਹੈ ਹੀ ਹੈ। ਮੈਂ ਨੇ ਜਗ੍ਹਾ ਮੱਲੀ, ਉਹ ਨਿਕਲ ਜਾਏ, ਬਾਕੀ ਪਰਮਾਤਮਾ ਜਿਹੜੀ ਉਹ ਬਚੇਗਾ। ਆਪਾਂ ਪਹਿਲਾਂ ਕਰਦੇ ਸੀ ਗੱਲ ਵੀ ਵਸਤੂ ਅੰਦਰ, ਵਸਤ ਕਿਹੜੀ ਆ? ਵਸਤ ਇਹੀ ਆ ਵੀ ਹਉ ਕੱਢਣੀ ਆ, ਉਹ ਤਿਆਰ ਆ ਬੈਠਾ। ਉਹ ਇੱਕ ਹੋਰ ਸੰਤ ਨਹੀਂ ਆ, ਉਹ ਬਿਹਾਰ ਦਾ ਦਰਿਆ ਸਾਹਿਬ। ਹਾਂਜੀ ਹਾਂਜੀ। ਦਰਿਆ ਦਾ ਸਭ ਘਟ ਮੋਰੇ ਸਾਈਆਂ ਸੁਣੀ ਸੇਜ ਨਾ ਕੋਈ, ਘਟ ਨਾ ਮਿਲਦਾ ਫਿਰਦਾ। ਹਾਂਜੀ। ਸਭ ਘਟ ਮੋਰੇ ਸਾਈਆਂ ਸੁਣੀ ਸੇਜ ਨਾ ਕੋਏ, ਬਲਿਹਾਰੀ ਵਾ ਘਟ ਕੋ ਜੈ ਘਟ ਪ੍ਰਗਟ। ਅਪਰਗਟ ਰੂਪ ਦੇ ਵਿੱਚ ਇਹ ਸਾਡੇ ਅੰਦਰ, ਸਾਰਿਆਂ ਦੇ ਅੰਦਰ ਕੋਈ ਖਾਲੀ ਨਹੀਂ। ਸਭ ਘਟ ਮੋਰੇ ਸਾਈਆਂ, ਬਲਿਹਾਰੀ वो घट को, उस घाट ਨੂੰ, ਉਸ ਹਿਰਦੇ ਨੂੰ ਬਲਿਹਾਰ ਜਾਈਏ, ਨਮਸਕਾਰ ਕਰੀਏ, ਜੇ ਚੁੱਪ ਅਪਰਗਟ ਰੂਪ ਦੇ ਵੀ ਸਾਡੇ ਅੰਦਰ ਹੈ। ਭਗਵਾਨ ਬੁੱਧ ਕੋਲੇ ਇੱਕ ਬੰਦਾ ਗਿਆ ਤੇ ਉਹਨੇ ਪਿਆਸਾ ਆਇਆ, ਮੁਮੁਖਸ਼ੂ ਆਇਆ, ਉਹਨੇ ਜਾ ਕੇ ਤੇ ਮੱਥਾ ਟੇਕਿਆ ਤੇ ਬੁੱਧ ਨੇ ਉਹਦੇ ਅੱਗੇ ਮੱਥਾ ਟੇਕ ਦਿੱਤਾ ਤੇ ਉਹ ਫਿਰ ਉਹ ਜਿਹੜੇ ਆਉਣੇ ਵਾਲਾ ਜਗਿਆਸੂ ਆਇਆ ਨਾ ਮੁਮੁਖਸ਼ੂ, ਉਹਨੇ ਬੜੀ ਤੜਫ ਨਾਲ ਪੁੱਛਿਆ, ਆਦਾ ਭਗਵਾਨ ਤੁਹਾਡੇ ਤੇ ਮੈਂ ਦਰਸ਼ਨ ਕਰਨ ਆਇਆ ਤੇ ਤੁਸੀਂ ਭਗਵਾਨ ਰੂਪ ਹੋ ਤੇ ਤੁਸੀਂ ਮੈਨੂੰ ਮੱਥਾ ਕਿਉਂ ਟੇਕਿਆ? ਆਦਾ ਮੇਰੇ ਤੇਰੇ ਵਿੱਚ ਕੋਈ ਫਰਕ ਨਹੀਂ ਹੈ, ਜੋ ਤੂੰ ਬੀਤੇ ਕੱਲ ਆਇਆ ਉਹ ਮੈਂ ਵੀ, ਜੋ ਤੂੰ ਅੱਜ ਹੈ ਉਹ ਮੈਂ ਬੀਤੇ ਕੱਲ ਆਇਆ, ਜੋ मैं आज वो आमने वाले कल भी तुम हो जाएगा, फर्क इतना ही है। ठीक है जी, सबने परमात्मा में जो तुम है वो मैं भी पीछे रह चुका, ठीक है। जो मैं आज ये आमने वाले कल भी तुम भी हो जाएगा। अरे मेरे तेरे बीच फर्क को नहीं, फर्क हो भाई प्रगट अपरगट, ਉਹਦੇ ਅੰਦਰ ਪ੍ਰਗਟ ਹੈ, ਮੇਰੇ ਅੰਦਰ ਪ੍ਰਗਟ, ਇਤਨੇ ਫਰਕ ਬੁੱਧ ਨੇ ਆਖਿਆ। ਪਰ ਬਹੁਤ ਵੱਡਾ ਭੇਤ ਆ ਬਾਬਾ ਜੀ ਯਾਤਰਾ ਦਾ, ਇੱਕ ਇਹ ਕੋਣੇ ਤੇ ਆ, ਇੱਕ ਇਹ ਕੋਣੇ ਤੇ ਆ। ਉਹ ਫਿਰ ਇੱਕ ਤਾਂ ਨਦੀ ਹਲੇ ਨਿਕਲੀ ਆ ਹਿਮਾਲਿਆ ਤੋਂ, ਉਹਨੇ ਸਮੁੰਦਰ ਵਿੱਚ ਮਿਲਣਾ, ਇੱਕ ਮਿਲ ਚੁੱਕੀ ਆ, ਸਮੁੰਦਰ ਰੂਪ ਹੋ ਚੁੱਕੀ ਆ। ਠੀਕ ਹੈ, ਲੇਕਿਨ ਯਾਤਰਾ ਅਗਰ ਉਹਦੀ ਯਾਤਰਾ ਹੈ ਨਾ ਤੇ फिर वो मिल के रहेगी। ठीक है जी। अगर वो यात्रु है ना, अगर उन्हें चाह है ना, और तो फिर वो मिल के रहेगा, देर सवेर जरूर मिलेगा, फिर वो मिलेगा। पर यात्रा जिकन तुसी कहने होने लगातार होनी चाहिए, गतिमान होवे, गतिमान होवे। ਅੱਜ ਇੱਥੇ ਰੁਕਣਾ ਜਾਣਾ ਵਾਪਸ? ਮੇਰਾ ਤਾਂ ਮਨ ਕਰਦਾ ਇੱਥੇ ਲੰਮੇ ਪੈ ਜਾ ਬਸ ਹੁਣ। ਇੱਥੇ ਬਾਬਾ ਜੀ ਰਹਿਣ ਨਹੀਂ ਦਿੰਦੇ ਕਿਤੇ। ਉਹ ਮੈਂ ਸਮਝ ਸਕਦਾ, ਮੈਂ ਇੱਥੇ ਠਹਿਰਿਆ, ਵੈਸੇ ਲੁਧਿਆਣੇ ਹੈਗੇ ਨੇ ਆਪਣੇ ਰਿਸ਼ਤੇਦਾਰ। ਅੱਛਾ ਜੀ। ਤੇ ਬਾਕੀ ਜਿੱਦਾਂ ਹੁਕਮ ਹੋਏਗਾ ਬਾਬਾ ਜੀ, ਮੈਂ ਤਾਂ ਚਾਹੁੰਦਾ ਵੀ ਜਿੰਨਾ ਚਿਰ ਇੱਥੇ ਹੈਗਾ ਵੀ ਇੱਥੇ ਹੀ ਬੈਠਾ ਰਹਾਂ, ਘੱਟੋ ਘੱਟ ਕੁਛ ਵਾਈਬ੍ਰੇਸ਼ਨਸ ਹੀ ਆਉਂਦੀਆਂ ਨੇ। ਨਾ ਬੋਲਣ ਭਾਵੇਂ ਕੋਈ ਗੱਲ ਨਹੀਂ, ਪਰ ਬੈਠੇ ਰਹਿੰਦੇ। ਇਹ ਬਾਬਾ ਜੀ ਬੇਨਤੀ ਕਰਦੇ ਆ, ਕਹਿੰਦੇ ਮੈਂ ਕੁਛ 1-2 ਦਿਨ ਲੁਧਿਆਣੇ ਰਹਿਣਾ ਚਾਹੁੰਦਾ, ਵੀ ਤੁਹਾਡੇ ਕੋ ਆ ਕੇ ਬੋਲਿਆ ਨਹੀਂ ਕਰਾਂਗਾ, ਮੈਨੂੰ ਚੁੱਪ ਕਰਕੇ ਬੈਠਣ ਦੀ ਇਜਾਜ਼ਤ ਦੇ ਦਿਓ ਜਿੰਨਾ ਸਮਾਂ ਮੈਂ ਆ ਸਕਾਂ। ਕੀ ਦੱਸਾਂ ਮੈਂ ਹੁਣ, ਮੈਨੂੰ ਸਮਝ ਨਹੀਂ ਆਉਂਦੀ। ਉਹ ਕਹਿੰਦਾ ਕੁਝ ਮੈਨੂੰ ਤਰੰਗਾਂ ਦੇ ਨਾਲ ਮਹਿਸੂਸ ਹੁੰਦਾ, ਵੀ ਸ਼ਾਂਤੀ ਮਹਿਸੂਸ ਹੁੰਦੀ ਆ। ਮੈਂ ਬੜੀ ਲੰਬੀ, ਕਹਿੰਦੇ ਦੂਰੋਂ ਆਇਆ ਇੱਛਾ ਰੱਖ ਕੇ, ਮੈਂ 1.5 ਸਾਲ ਦਾ ਇੱਛਾ ਕਰਦਾ ਆਇਆ ਕਹਿੰਦੇ ਆਉਣੇ ਦੀ, ਹੁਣ ਸਮਾਂ ਲੱਗਿਆ। ਕਹਿੰਦੇ ਵਿਸ਼ੇਸ਼ ਮੈਂ ਇਹੀਓ ਤਰੰਗ ਲੈ ਕੇ ਆਇਆ ਕਿ ਤੁਹਾਨੂੰ ਜਾ ਕੇ ਦਰਸ਼ਨ ਕਰਕੇ ਤੇ ਕੋਲੇ ਸਮਾਂ ਵੱਧ ਬਿਤਾ ਕੇ ਆਵਾਂ।
मैं सवेरे अपने आप ਵਿੱਚ ਹੀ ਹੁੰਦਾ मतलब फिर मैं आराम विश्राम में ज्यादा मेरा चित्त विश्राम ਵਿੱਚ ਹੀ ਹੁੰਦਾ है ठीक है जी। ਤੇ बोलने ते जी नहीं करना। जी महाराज। फिर शामी 5-6 बजे 5 થી लेके 6 तक घंटा सारा मिल जाना। यानी 1 घंटा 5 ਤੋਂ 6 5 ਲਾ થી लिया। 6 एक घंटा फिर मिल जाना। मैं ना बोल, मैं बस बैठा रहूँ जितना बाकी करो, मैं बैठा रहूँगा, कोई गल नहीं, ना बोलन मैनू कोई नहीं, हुक्म हो ਇਹ ਕਹਿੰਦੇ गया। ਮੈਨੂੰ ਸੁਣਨੇ ਦਾ ਤਾਂ ਚਲੋ ਤੁਹਾਡੀ ਮੌਜ ਆ, ਕਹਿੰਦਾ ਉਤਨੀ ਇੱਛਾ ਨਹੀਂ, ਕਹਿੰਦੇ ਮੈਂ ਬੈਠਣਾ ਜ਼ਰੂਰ ਕੋਲੇ ਚਾਹੁੰਦਾ। अच्छा चलो फिर ठीक है 5 થી 6 शामी मिल जाए। ठीक, ਜੋ ਇੱਕ ਅੱਧ ਦਿਨ 2 ਦਿਨ ਤੁਸੀਂ ਹੈਗੇ 5 ਤੋਂ 6 ਸ਼ਾਮੀ ਆ ਜਾਓ, ਦਿਨੇ ਆਪਦੇ ਰਜੇਵੇਂ ਰਿਸ਼ਤੇਦਾਰੀ ਦੇ ਕੰਮਕਾਜ ਜੋ ਮਰਜ਼ੀ ਰੱਖੋ। ਜੋ ਕੋ ਹੈ ਤੁਸੀਂ ਵੀਰ ਜੀ, ਤੁਸੀਂ ਵੀ ਸ਼ਾਮੀ ਆਏ। ਹਾਂ ਮੈਂ ਆਉਂਦਾ ਜ਼ਰੂਰ ਆ ਦਰਸ਼ਨ ਕਰਨ। कि हुण कोई सुनाने वाली गल कोई है भी नहीं है। ਜੀ ਮਹਾਰਾਜ। ਆਹੋ। ਸੋ ਇਹਨਾਂ ਨੇ ਸਵੇਰੇ ਕਿਹਾ ਆਖਦੇ ਸਤਸੰਗ ਦਾ ਮਹੱਤਵ ਹੈ। ਮੈਂ ਕਿਹਾ ਸਤ ਵੀ ਤੁਹਾਡੇ ਅੰਦਰ ਹੈ ਤੇ ਸੰਗ ਵੀ ਤੁਸੀਂ ਕਰਨਾ। ਹਾਂਜੀ ਸਤਨਾਮ ਪਰਮਾਤਮਾ ਉਹ ਵੀ ਤੁਹਾਡੇ ਅੰਦਰ ਹੈ। ਬਾਕੀ ਬਾਹਰੋਂ ਜਿਹੜੇ ਸਤਸੰਗ ਦੇ ਇਹ ਅਰਥ ਨਹੀਂ ਆਮ ਸਮਾਜਿਕ ਲੋਕ ਸਿਵੰਦਰ ਸਿੰਘ ਨਹੀਂ ਸਮਝ ਪਾ ਰਹੇ। ਸਮਾਜਿਕ ਜਿਹੜਾ ਵਿਸ਼ੇਸ਼ ਕਰਕੇ ਇਸ ਪਰ ਧਿਆਨ ਰਹੇਗਾ ਨਾ ਉਹ ਸਤਸੰਗ ਨਹੀਂ ਸਮਝ ਪਾਏਗਾ। ਸਤ ਸਾਡੇ ਅੰਦਰ ਹੈ, ਸਤ ਪਰਮਾਤਮਾ ਹੈ। ਆਦ ਸੱਚ, ਜੁਗਾਦ ਸੱਚ, ਐਪੀ ਸੱਚ, ਨਾਨਕ ਉਹ ਸੱਚ ਹੈ। ਉਹਦੀ ਸੰਗਤ ਉਹ ਸੱਚ ਸਾਡੇ ਅੰਦਰ ਹੈ ਤੇ ਆਤਮ ਰੂਪ ਹੈ। ਉਹਦਾ ਸੰਗ ਕੰਨ ਕਰਦਾ ਉਹ ਹੁੰਦਾ ਯਾਦ ਵਿੱਚ, ਧਿਆਨ ਵਿੱਚ, ਸਿਮਰਨ ਵਿੱਚ ਕਰੋ। ਉਹਦੇ ਤੁਸੀਂ ਹੱਕ ਹੋ ਮਨੁੱਖ ਸਰੀਰ ਦਾ ਕਰੋ, ਕੋਈ ਮਨਾ ਥੋੜੇ ਕਰਦਾ ਜਿੱਥੇ ਮਰਜ਼ੀ ਰਹੋ। ਹੋਰ बड़ी बड़ी क्वेश्चन आया मस्कीन साहब की भी कथा जो मैं एक दो सुनिया रिसेंटली खैर उन्होंने मस्कीन की कथा तो थोड़ा जहा आइडिया थोड़ा जिहा मिलिया था जवाब का। ਹਾਂਜੀ मेनली मैं जिदा हम साढ़े बच्चे आते हैं ना किदा जप्फी पाईदा अंदरों जिदा वो प्यार निकलता है ना, भावना निकलती है। ਹਾਂਜੀ ਹਾਂਜੀ उदा की भावना जो आप सिमरन करना होवे या महाराज का ध्यान करना होवे वो भावना किद्दां उपजेगी भावना ताकि मतलब वो बंदे नूं खो पवे कि नहीं मैं हुण बहना है, मैं उठना है, 2 वजे मैं बहना है, वो भावना किद्दां जागदी है? ਉਹ ਤਾਂ ਇਹਨਾਂ ਨੇ ਤਾਂ ਇੱਕੋ ਤਰੀਕਾ ਦੱਸਿਆ ਵੀ ਇਹ ਇੱਕ ਟਾਈਮ ਦੇ ਨਾਲ ਨਹੀਂ ਹੁੰਦਾ, ਲਗਾਤਾਰਤਾ ਦੀ ਗੱਲ ਹੈ। ਲਗਾਤਾਰ ਅੰਦਰ ਮਤਲਬ ਜਿਕਣ ਹੱਥ ਪਾਉ ਕਰ ਕਾਮ ਸਭ ਨਿਰੰਜਨ ਨਾਲ। ਇਹ ਆਮ ਸਿੱਧੇ ਸ਼ਬਦਾਂ 'ਚ ਕਹਿੰਦੇ ਹੁੰਦੇ ਨੇ ਹੱਥ ਕਾਰਵਾਰ ਚਿੱਤ ਯਾਰਵਾਰ। ਜੋ ਦੁਨਿਆਵੀ ਡਿਊਟੀਆਂ ਨੇ ਕਰਦੇ ਕਰਾਉਂਦੇ, ਚਾਹੇ ਤੁਹਾਡੀਆਂ ਧਾਰਮਿਕ ਨੇ, ਤੁਸੀਂ ਕਥਾ ਕੀਰਤਨ ਕਰਦੇ, ਪਰ ਯਾਦ ਨਿਰੰਤਰ ਪਰਮੇਸ਼ਰ ਵੱਲ ਰੱਖਣੀ ਆ ਵੀ ਉਹ ਨਾਲ ਆ, ਮੈਂ ਉਹਦੇ ਨਾਲ ਆ, ਉਹਦੀ ਹਜ਼ੂਰੀ 'ਚ ਆ। ਭਾਈ ਵੀਰ ਸਿੰਘ ਵੀ ਇੱਕ ਕਹਿੰਦੇ ਹੁੰਦੇ ਸੀ, ਕਹਿੰਦੇ ਹਜ਼ੂਰੀ 'ਚ ਰਹਿਣਾ। ठीक है ਉਹਨਾਂ ਦੀਆਂ ਵੀ ਪੜ੍ਹਨ 'ਚ ਬੜਾ ਪ੍ਰੇਮਮਈ ਨੇ, ਉਹ ਵੀ ਜੋੜਦੇ ਨੇ ਬਹੁਤ। उन्होंने पढ़ते हैं कदे कदे उन्होंने भी पढ़ती है की कोशिश करनी भी दिल्ली तो पूरा सैट मिल जाए उन्होंने भाई वीर सिंह का सारे उत्थे मिल जाए। ਅੰਮ੍ਰਿਤਸਰ ਹੀ ਮਿਲ ਜਾਣਾ ਤੁਹਾਨੂੰ। मैं गया सा भाई चतर सिंह जीवन सिंह होना कोल कल उत्थे ही सा बड़ा टाइम लाया उन्होंने ਕਈ ਵਾਰ ਤਾਂ ਉੱਥੇ ਹੀ ਮਿਲ ਜਾਂਦਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਵੀ। अच्छा जी ਹਾਂ ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ। वो सारी मेरे को ऐसे सॉफ्टवेयर सारे वेबसाइट में पाए हुए सारे और हार्ड कॉपी बह के आराम राती बंदा 5 मिनट पढ़ ले ना वो ज्यादा मजा आता। कंप्यूटर 'ਚ फिर कई बारी नहीं ध्यान रहता। ਜਿਹੜੀ ਜੀ ਕਰਦਾ ਉੱਥੋਂ ਮਿਲ ਜੂ ਤੁਹਾਨੂੰ। ਉੱਥੇ ਮੇਰੇ ਕੋਲ ਭਾਈ ਵੀਰ ਸਿੰਘ ਸਦਨ ਕਰਕੇ ਕੁਛ ਹੈਗੀ ਜਗ੍ਹਾ ਬਣੀ ਹੈ। ਹਾਂ ਉਹਨਾਂ ਦਾ ਹੈਗਾ ਲਾਰੈਂਸ ਰੋਡ ਤੇ। ਗਿਆ ਤਾਂ ਨਹੀਂ ਮੈਂ ਕਦੇ, ਵੈਸੇ ਪੜ੍ਹਿਆ ਇੱਥੇ ਅੰਮ੍ਰਿਤਸਰ ਲਾਰੈਂਸ ਰੋਡ ਤੇ ਹੈ ਉਹਨਾਂ ਦਾ। ਹਾਂ ਅੱਛਾ ਅੱਛਾ ਉਹਨਾਂ ਦਾ ਆਪਣਾ ਘਰ ਹੁੰਦਾ ਸੀ, ਉਹ ਰਹੇ ਨੇ ਜ਼ਿਆਦਾ ਚਿਰ ਉੱਥੇ। ਹਾਂਜੀ ਉਹ ਘਰ ਦੇ ਲਾਗੇ ਸਾਡੇ ਕੋਲ ਉੱਥੋਂ ਦੇਖ ਕੇ ਆਉਂਦਾ। ਆ ਤਾਂ ਇੰਸਟਾਲ ਹੋ ਗਿਆ। ਹਾਂਜੀ ਹਾਂ ਬਾਬਾ ਜੀ ਕੋਲ। ਹਾਂ ਹਾਂ ਦੱਸੋ। ਬਸ ਥੋੜੀ ਦੇਰ ਤੱਕ। ਅੱਛਾ ਅੱਛਾ ਅੱਛਾ
ਠੀਕ ਆ ਠੀਕ ਆ। ਹਾਂ ਨਹੀਂ ਕਰਦਾ ਕੋਈ ਨੀ। ਹੋ ਗਿਆ ਜੀ ਇੰਸਟਾਲ? ਇੱਕ ਇੰਸਟਾਲ ਹੋ ਗਿਆ। ਸਿੱਧਾ ਉੱਪਰ ਕਰੋ, ਇੱਥੇ ਤੁਹਾਡੇ ਇਹ ਬਣ ਗਿਆ ਹੋਣਾ ਇੱਥੇ ਨਾ, ਆਹ ਦੇਖੋ ਹੋਮ ਤੇ ਬਣ ਗਿਆ ਲਿੰਕ। ਆ ਗਿਆ ਜੀ ਹਾਂਜੀ, ਖੋਲ੍ਹੋ। ਗੁਰਬਾਣੀ ਸਰਚਰ। ਖੋਲੋ, ਤੇ ਉਹ ਦੂਜਾ ਹੋ ਰਿਹਾ, ਮੈਂ ਕਿਹਾ ਦੇਖੀਏ। ਉਹ ਪਲੇ ਸਟੋਰ ਤੇ ਜਾਉਂਦੇ ਹਾਂ। ਇਹ ਨਹੀਂ ਹੈ ਤੇ ਪਲੇ ਨਿਊਜ਼ ਕੁਛ ਹੋ ਰਿਹਾ। ਇਹ ਅਗਲੇ ਚ ਇਹਦੇ ਚ ਆ ਗਿਆ। ਇੱਥੇ ਆ ਗਿਆ ਹਾਂ ਨੀਚੇ ਆ ਗਿਆ ਪਲੇ ਸਟੋਰ। ਤੇ ਬੈਕ ਕਰਕੇ ਇਹ ਇੰਸਟਾਲਿੰਗ ਹਾਂਜੀ ਇਹ ਹੁਣ ਸ਼ੁਰੂ ਹੋ ਗਿਆ ਨਾ। ਸ਼ੁਰੂ ਹੋ ਗਿਆ। ਹਾਂਜੀ ਕੋਈ ਨਹੀਂ, ਉਹ ਨਾ ਖੋਲੋ ਤਾਂ ਤੇ ਉਹ ਚ ਖੋਲ ਕੇ ਤੁਹਾਨੂੰ ਮਿਲ ਜਾਣਾ ਸਾਰਾ। ਦੇਖੋ ਤੁਸੀਂ ਚੈੱਕ ਕਰਕੇ ਮੈਂ ਆਇਆ ਇੱਕ ਮਿੰਟ। ਹਾਂਜੀ ਵਾਹ ਵਾਹਿਗੁਰੂ 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 ਵਾਹਿਗੁਰੂ। ਪਾਪਾ ਜੀ ਹੋ ਗਿਆ, ਹੋ ਗਿਆ ਇੰਸਟਾਲ ਪਾਪਾ ਜੀ, ਆਪਣਾ ਲੋਡ ਹੋ ਗਿਆ ਹੈ। ਹਾਂਜੀ, ਲੋਡ ਹੋ ਗਿਆ, ਦੱਸੋ ਕਿਹੜਾ ਸ਼ਬਦ ਕੱਢ ਕੇ ਦੇਖਦੇ ਹਾਂ। ਉਹ ਅੰਦਰ ਗਏ ਨੇ, ਉਹ ਆ ਕੇ ਉਹਨਾਂ ਨੂੰ ਸਮਝਾ ਦੇ। ਨਹੀਂ ਕੋਈ ਸ਼ਬਦ ਕੱਢਣਾ, ਆਪਾਂ ਕੱਢ ਕੇ ਦੇਖ ਲੈਂਦੇ ਵੀ ਉਹ ਅੱਖਰ ਵੱਡੇ ਆਉਂਦੇ ਨੇ ਕਿ ਨਹੀਂ ਆਉਂਦੇ ਅੱਖਰ ਵੱਡੇ। ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਹੀ ਹਨ ਨੇ। ਅੱਛਾ। ਉਹੀ ਕੋਈ ਕੱਢ ਵੇਖੋ। ਕਹਿਤ ਕਬੀਰ ਚੇਤਰੇ ਅੰਧਾ, ਸਤ ਰਾਮ ਝੂਠਾ ਸਭ ਧੰਦਾ। ਕਹਿਤ ਕਬੀਰ ਚੇਤਰੇ ਅੰਦਾ ਆ ਗਿਆ ਜੀ। ਕਹਿਤ ਕਬੀਰ ਚੇਤਰੇ ਅੰਧਾ, ਹਾਂਜੀ ਸਤ ਰਾਮ ਝੂਠਾ ਸਭ ਧੰਦਾ। ਇਹ ਦੇਖੋ ਪਾਪਾ ਜੀ, ਕਹਿਤ ਕਬੀਰ ਚੇਤਰੇ ਅੰਦਾ। ਠੀਕ ਆ ਗਿਆ। ਇਹ ਅਰਥ ਨੇ, ਇਹ ਅਰਥ ਨੇ। ਤੇ ਇਹ ਵੀ ਪੂਰਾ ਸ਼ਬਦ ਕਿਹੜਾ? ਇਹ ਉੱਤੇ ਕਹਿਤ ਕਬੀਰ ਚੇਤਰੇ ਅੰਦਾ, ਇਹ ਥੱਲੇ ਅਗਲੀ ਲਾਈਨ ਥੱਲੇ ਆ ਗਈ, ਸਤ ਰਾਮ ਝੂਠ ਸਭ ਧੰਦਾ। ਇਹ ਮਤਲਬ ਇਹ ਅਰਥ ਨੇ। ਹਾਂਜੀ ਇਹ ਜਿਹੜੇ ਹਲਕੇ ਨੇ ਇਹ ਅਰਥ ਨੇ। ਹਾਂਜੀ ਅੱਛਾ ਹਰ ਇੱਕ ਲਾਈਨ ਦੇ ਹਲਕੇ ਵਾਲੇ ਅਰਥ ਨੇ ਥੱਲੇ। ਅੱਛਾ ਅੱਛਾ ਅੱਛਾ। ਕਹਿਤ ਕਬੀਰ ਚੇਤਰੇ ਅੰਦਾ, ਸਤ ਰਾਮ ਝੂਠਾ ਸਭ ਧੰਦਾ। ਠੀਕ ਹੈ। ਉਹਨਾਂ ਨੂੰ ਆਉਣ ਦਾ ਮੈਂ ਹਾਂਜੀ ਉਹਨਾਂ ਨੂੰ ਸਮਝਾ ਦਿੰਦਾ। ਉਹ
ਇਹ ਜਿਹੜੇ ਇਹ ਪੰਕਤੀ ਹੈ ਤੇ ਉਹਦਾ ਥੱਲੇ ਅਰਥ ਨੇ ਹੈ। ਹਾਂਜੀ ਬਾਬਾ ਜੀ। ਕਿਰਪਾ ਕਰਕੇ ਨਾਮ ਗਿਲਾਈ ਜਿਸ ਦੇ ਅੰਦਰ ਜੇ ਮੇਰ ਧਾਰਕ ਇਹ ਜਿਹੜੇ ਸ਼ਬਦ ਨੇ ਹਾਂਜੀ ਇਹ ਗੁਰੂ ਗ੍ਰੰਥ ਸਾਹਿਬ ਦੇ ਹਾਂਜੀ ਮੋਟੇ ਸ਼ਬਦ ਨੇ ਤੇ ਮਹੀਨ ਜਿਹੜੇ ਨੇ ਅਰਥ। ਹਾਂਜੀ ਹਾਂਜੀ ਬਾਬਾ ਜੀ, ਉਹਦੇ ਥੱਲੇ ਹੀ ਅਰਥ ਨੇ। ਇਹ ਦੇਖੋ ਜੀ ਮੈਂ ਅਰਥਾਂ ਤੇ ਨਿਕਲ ਆਇਆ। ਠੀਕ ਹੈ ਜੀ। ਕਰ ਕਿਰਪਾ ਕੇ ਨਾਮ ਗਿਲਾਈ ਦੱਸ ਦਿਓ। ਇਹ ਦੇਖੋ। ਹਾਂਜੀ ਹਾਂਜੀ ਮੈਂ ਦੇਖ ਲਿਆ ਜੀ। ਆਜੋ ਇੱਧਰ ਆਜੋ। ਇਦਾਂ ਨਹੀਂ ਕੱਢਿਆ। ਹਾਂਜੀ ਕਿਰਪਾ ਕਰਕੇ ਨਾਮ ਗਿਲਾਈ ਇਹ ਅਰਥ ਤੇ ਹਰ ਹਰ ਬਾਸ ਸੁਗੰਧ ਬਸਾਈ ਆ ਬਸਾਈ ਇਹ ਅਰਥ ਨੇ ਤੇ ਇਹ ਮੋਟੇ ਨੇ ਜਿਹੜੇ ਇਹ ਸ਼ਬਦ ਹਾਂਜੀ, ਹਾਂਜੀ। ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ। ਮੈਂ ਉਹਨੂੰ ਆਖਿਆ ਕੱਢੋ ਕਹਿਤ ਕਬੀਰ ਚੇਤਰੇ ਅੰਦਾ ਸਤ ਰਾਮ ਝੂਠਾ ਸਭ ਧੰਦਾ। ਇਹ ਆ ਗਿਆ ਨੀਚੇ, ਇਹ ਦੇਖੋ ਕਹਿਤ ਕਬੀਰ ਚੇਤਰੇ ਅੰਦਾ ਸਤ ਰਾਮ ਝੂਠਾ ਸਭ ਧੰਦਾ। ਉੱਪਰ ਨੂੰ ਕਰ ਲਓ ਸਕਰੋਲ। ਇਹ ਥੱਲੇ ਉਹ ਆਵੇਗਾ ਸਤ ਰਾਮ ਝੂਠਾ ਸਭ ਧੰਦਾ। ਹਾਂਜੀ ਹਾਂਜੀ ਸੱਚਾ ਸਵਾਮੀ ਇਹਦੇ ਵਿੱਚ ਉਹਦੇ ਵਿੱਚ ਉਹਦੇ ਗੁਰਮੇਲ ਵਾਲੇ ਉਹਦੇ ਵਿੱਚ ਉਹਦੇ ਰਗਵੀਰ ਵਾਲੇ ਚ ਅਰਥ ਨਹੀਂ ਹੈ। ਇਹ ਅਰਥਾਂ ਸਮੇਤ ਇਹ ਅਰਥਾਂ ਸਮੇਤ ਹੈ। ਉਹ ਆਇਆ ਵੀ ਮੋਟਾ ਹੈ। ਇਹ ਬਾਬਾ ਜੀ ਜਿਹੜੀ ਦੇਖੋ ਪਰਮੇਸ਼ਰ ਦੀ ਕਿਰਪਾ ਨਾਲ ਹੁਣ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਨਾ, ਇਹਦੇ ਵਿੱਚ ਵੀ ਇਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਵਾਹ ਠੀਕ। ਇਹਦੇ ਚ ਇਹਨਾਂ ਨੇ ਉਹ ਗੁਰਬਾਣੀ ਦੇ ਦੱਸੇ ਨੇ ਕਿੰਨੇ 216 ਐਪਲੀਕੇਸ਼ਨਸ ਨੇ। ਇਹਨਾਂ ਨੇ ਮੈਂ ਅਰਥ ਪਾ ਦਿੱਤਾ। ਉਹਦੇ ਵਿੱਚ ਉਹਦੇ ਚ ਅਰਥ ਨਹੀਂ ਹੈ। ਇਹਦੇ ਚ ਬਾਬਾ ਜੀ 216 ਤਰ੍ਹਾਂ ਦੇ ਐਪਲੀਕੇਸ਼ਨ ਨੇ। ਜਿਕਣ ਆਪਾਂ ਇੱਕ ਤਰ੍ਹਾਂ ਦੀ ਕੀਤੀ ਹੈ ਇਹਦੇ ਵਿੱਚ। ਅੱਛਾ ਇੱਕ 216 ਨੇ ਸੁੰਦਰ ਗੁਟਕਾ ਪਾ ਲਓ। ਕਹਿਤ ਕਬੀਰ ਚੇਤਰੇ ਅੰਦਾ ਸਤ ਰਾਮ ਇਹ ਮੈਂ ਇਹਨਾਂ ਨੂੰ ਦੱਸਿਆ। ਇਹਨਾਂ ਨੇ ਕੱਢਿਆ। ਇਹਨਾਂ ਨੇ ਉਹ ਕੱਢ ਦਿੱਤਾ ਥੱਲੇ ਆ ਮਹੀਨਾ ਅਰਥ ਨੇ ਤੇ ਉੱਤੇ ਇਹ ਸ਼ਬਦ ਤੇ ਇਹ ਅਰਥ। ਇਹ ਮਹਾਰਾਜ ਜੀ ਇਹ ਉੱਪਰੋਂ ਸ਼ਬਦ ਪੂਰਾ ਸ਼ੁਰੂ ਹੁੰਦਾ ਹੈ। ਦੇਖੋ ਇਹ ਪਹਿਲੇ ਪਦੇ ਤੋਂ ਹੋਏਗਾ 1 2 3 ਕਰਕੇ ਇਹ ਸਾਰੀਆਂ ਤੁਕਾਂ ਇਹਦੀਆਂ। ਸੋ ਤਪਨ ਜਲੇ ਕਾ ਚੋਆ ਚੰਦਨ ਮਰਦਨ ਇਹ ਗੌੜੀ ਕਬੀਰ ਹੈ। ਗੌੜੀ ਕਬੀਰ ਇਤੋਂ ਸ਼ੁਰੂ ਹੋ ਗਿਆ ਇਹ। ਉਹ ਚੋਆ ਚੰਦਨ ਮਰਦਨ ਦਾ ਸੋਤਨ ਜਲੇ ਕਾਟ ਕੇ ਸੰਗਾ ਇਸ ਤਨ ਕੀ ਕੌਣ ਵਡਾਈ। ਇਹਨੂੰ ਇਸ ਤਰ੍ਹਾਂ ਉੱਪਰ ਕਰ ਦੋ, ਅੱਗੇ ਚਲਾ ਜਾਏਗਾ। ਆ ਗਿਆ ਧਰਨ ਪਰੇ ਉਰਵਾਰ ਨਾ ਜਾਈ। ਇਸ ਤਨ ਕੀ ਕੌਣ ਵਡਾਈ ਧਰਨ ਪਰੇ ਉਰਵਾਰ ਨਾ ਜਾਈ। ਇਹਨੂੰ ਐ ਉੱਪਰ ਨੂੰ ਚੱਕੀ ਜਾਵਾਂਗੇ, ਅੱਗੇ ਆਈ ਜਾਏ। ਰਾਤ ਜੇ ਸੋਵੇ ਦਿਨ ਕਰੇ ਕਾਮ ਇੱਕ ਖਿਨ ਲੈ ਨਾਰ ਕਾ ਨਾਮ। ਅੱਗੇ ਹੋਵੇਗਾ ਇੱਕ ਖਿਨ ਲੈ ਨਾਰ ਕਾ ਨਾਮ। ਠੀਕ ਹੈ ਹੋ ਗਿਆ। ਹਾਂ ਠੀਕ ਹੋ ਗਿਆ ਜੀ। ਠੀਕ ਹੈ ਬਹੁਤ ਵਧੀਆ ਹੋ ਗਿਆ। ਵੀਰ ਜੀ ਆਪਣਾ ਜੇ ਸਟਾਰ ਕਰਾਂਗਾ ਤੁਹਾਨੂੰ ਬਾਬਾ ਜੀ ਨੂੰ ਦੱਸਦੇ ਨੇ ਸਭ ਸਟਾਰ ਦਬਾ ਦਿਓ। ਇਹ ਤੁਹਾਡਾ ਕੀ ਹੋਏਗਾ ਹੁਣ ਤੁਸੀਂ ਜਦੋਂ ਵਾਪਸ ਜਾਓਗੇ ਤੇ ਇਹ ਦੇਖੋ ਤੁਹਾਡੇ ਇੱਥੇ ਫੇਵਰਿਟਸ ਦੇ ਵਿੱਚ ਐਡ ਹੋ ਗਿਆ ਸਾਰਾ। ਵਾਪਸ ਜਾਂਦੇ ਇਹ ਤੁਹਾਡੇ ਫੇਵਰਿਟਸ ਦੇ ਵਿੱਚ ਜਾਓਗੇ ਬੋਡੀ ਦੇ ਉਹ ਸ਼ਬਦ ਇੱਥੇ ਐਡ ਹੋ ਗਿਆ। ਚੇਤਰੇ ਕਹਿਤ ਕਬੀਰ ਜਿੱਥੋਂ ਆਪਾਂ ਕੱਢਿਆ ਸੀ ਪੂਰਾ ਸ਼ਬਦ ਆਏਗਾ ਪਰ ਆਪਣੇ ਆਪ ਸਕਰੋਲ ਕਰਕੇ ਉੱਥੇ ਲੈ ਜਾਓ ਉੱਪਰ ਤੱਕ। ਇਹ ਲਾਈਨ ਅਸੀਂ ਲੱਭੀ ਹੈ ਉਹਨੂੰ ਹਾਈਲਾਈਟ ਕਰ ਦੇਗਾ ਪੂਰਾ ਸ਼ਬਦ ਕੱਢ ਕਰਨਾ। ਇਹਦੇ ਵਿੱਚ ਕੱਢਣਾ ਕਿੰਨਾ ਹੈਗਾ ਤੁਹਾਨੂੰ ਦਿਖਾਣਾ। ਇੱਥੇ ਜੋ ਤੁਸੀਂ ਸਟਾਰਟ ਕਰੋਗੇ ਨਾ ਐਪਲੀਕੇਸ਼ਨ ਇਹਦੇ ਲੈਫਟ ਸਾਈਡ ਨੂੰ ਜਾ ਦਿਓ, ਰਾਈਟ ਸਾਈਡ ਨੂੰ ਜਾ ਦਿਓ। ਇੱਧਰ ਜਾਓਗੇ ਇਹ ਦੇਖੋ ਇੱਧਰਲੇ ਪਾਸੇ ਸਭ ਕੁਝ ਹੈਗਾ ਪੂਰਾ ਗੁਰੂ ਗ੍ਰੰਥ ਸਾਹਿਬ, ਸੁੰਦਰ ਗੁਟਕਾ, ਗਜ਼ਲਾਂ ਭਾਈ ਨੰਦ ਲਾਲ ਜੀ ਦੀਆਂ। ਅੱਛਾ ਗੁਰੂ ਗ੍ਰੰਥ ਸਾਹਿਬ ਤੇ ਆਈ ਗਿਆ ਆਪਾਂ ਜਿਹੜਾ ਦੁਬਾਰੇ ਆਈ ਸਰਚ ਕੀਤਾ ਉਹ ਵੀ ਇਹਦੇ ਵਿੱਚ ਹੀ ਆ। ਸਭ ਕੁਝ ਆ ਕਵਿਤ ਭਾਈ ਗੁਰਦਾਸ ਜੀ ਦੇ ਰਹਿਤਨਾਮਾ, ਵਾਰਾਂ ਭਾਈ ਗੁਰਦਾਸ ਜੀ ਦੀਆਂ। ਅੱਛਾ ਅੱਗੇ ਜਾਓਗੇ ਦਸਮ ਗ੍ਰੰਥ, ਜ਼ਫਰਨਾਮਾ, ਕਾਲ ਉਸਤਤ ਸਭ ਕੁਝ ਹੈਗਾ ਇਹਦੇ ਵਿੱਚ। ਇਹਦੇ 'ਚ ਦੇਖੋ ਬਾਬਾ ਜੀ ਕਿੰਨਾ ਕੁਝ ਇਹਨਾਂ ਨੇ ਭਰ ਦਿੱਤਾ ਇੱਕੋ ਦੇ ਵਿੱਚ। ਪੂਰਾ ਗੁਰੂ ਗ੍ਰੰਥ ਸਾਹਿਬ, ਸੁੰਦਰ ਗੁਟਕਾ, ਗਜ਼ਲਾਂ ਭਾਈ ਨੰਦ ਲਾਲ ਦੀਆਂ, 12 ਭਾਈ ਗੁਰਦਾਸ ਜੀ ਜਿਹੜੀ ਤੁਹਾਡੇ ਕੋਲ ਵੱਡੀ ਆ, ਕਵਿਤ ਭਾਈ ਗੁਰਦਾਸ ਜੀ, ਰਹਿਤਨਾਮਾ। ਉਦੋਂ ਅੱਗੇ ਆ ਗਿਆ ਦੇਖੋ ਸ੍ਰੀ ਦਸਮ ਗ੍ਰੰਥ, ਜਫਰਨਾਮਾ, ਅਕਾਲ ਉਸਤਤ, ਗੰਜਨਾਮਾ, ਜ਼ਿੰਦਗੀਨਾਮਾ, ਬਹੁਤ ਕੁਝ ਤਨਖਾਹਨਾਮਾ ਤੇ ਸ਼ਬਦਕੋਸ਼। ਇਹ ਭਾਈ ਕਾਨ ਸਿੰਘ ਨਾਭਾ ਵਾਲਾ ਆ ਗਿਆ ਸ਼ਬਦਕੋਸ਼ ਪੂਰਾ। ਤੇ ਇਹ ਹੁਣ ਇੱਧਰ ਜਦੋਂ ਮੇਨ ਸਕਰੀਨ ਖੋਲੀ ਤੇ ਨਾ ਵੀਰ ਜੀ ਇਹ ਖੁੱਲਿਆ ਸੀਗਾ ਦੇਖੋ ਇਹ ਵਾਲੀ ਸਕਰੀਨ। ਹਾਂਜੀ ਚਲੋ ਇੱਧਰਲੇ ਪਾਸੇ ਜਾਣਾ ਸ਼ੁਰੂ ਹੋ ਗਿਆ ਅੱਜ ਖਜ਼ਾਨਾ ਹੋ ਗਿਆ।
ਹਾਂਜੀ ਹੁਣ ਇਧਰਲੇ ਪਾਸੇ ਆਓਗੇ ਤੇ ਇਹ ਦੇਖੋ ਇਧਰਲੇ ਆ ਪਾਸੇ ਜਿਹੜਾ ਇੰਪੋਰਟ ਐਕਸਪੋਰਟ ਫੇਵਰੇਟ ਹੈ, ਕਿਸੇ ਨੂੰ ਭੇਜਣਾ ਜਾਂ ਬਾਹਰੋਂ ਲੈਣਾ, ਬਸ ਬਸ ਇਹਨੂੰ ਖੋਲ ਕੇ ਜਦੋਂ ਸਰਚ ਕਰਨਾ ਤੁਸੀਂ ਜਿੱਦਾਂ ਪਾਪਾ ਜੀ ਨੇ ਕਿਹਾ ਵੀ ਜਿਹੜਾ ਕੋਈ ਸ਼ਬਦ ਕਹਿੰਦੇ ਠਾਕੁਰ ਤੁਲਸਣ ਨਹੀਂ ਆਇਆ, ਇੱਥੇ ਕਰੋ ਜਿਹੜਾ ਠਾਕੁਰ ਦਾ ਟੀ ਹੋ ਗਿਆ ਨਾ, ਠਾਕੁਰ ਦਾ ਉੱਥੇ ਦੇਖੋ ਠਾਕੁਰ ਦਾ ਟੀ ਹੁੰਦਾ, ਠਾਕੁਰ ਦਾ ਮੈਂ ਕਿਹਾ ਡਬਲਿਊ ਤੋਂ ਹੁੰਦਾ, ਠਾਕੁਰ ਦਾ ਮੈਂ ਭੁਲੇਖਾ ਸੀਗਾ ਥੋੜਾ ਜਿਹਾ। ਚਲੋ ਕੋਈ ਹੋਰ ਕਰ ਲਓ। ਇੱਕ ਮਿੰਟ ਆਪਾਂ ਦੇਖਦੇ ਆ, ਠਾਕੁਰ TH ਹੁੰਦਾ ਹੁਣ ਤਾਂ ਸਾਥ ਸਾਥ ਸਿਮਰੋ ਗੋਬਿੰਦ ਕਰ ਲਓ। ਇਹ ਇੱਕ ਮਿੰਟ, ਇਹ ਵੀ ਆਪਾਂ ਦੇਖਦੇ ਆ ਨਾ, ਨਹੀਂ ਉਹ ਇੱਕ ਵਰਡ ਤੇ ਹੀ ਹੋਗਾ ਸਾਰਾ, ਪਰ ਉਹ ਡਬਲਿਊ ਤੇ ਤੱਤਾ ਹੁੰਦਾ, ਮੈਨੂੰ ਯਾਦ ਹੈਗਾ। ਹਾਂਜੀ ਕਿਊ ਤੇ ਤੱਤਾ ਹੈਗਾ। ਇਹ ਰਵਿਦਾਸ ਦਾ ਸ਼ਬਦ ਇਹ ਕਿਹੜੇ ਮਹੱਲੇ ਵਿੱਚ ਆਉਂਦਾ? W ਤੇ ਤਾਂ ਕੰਨਾ ਵਾ। 800 ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਖ ਜਾਏਂਗੇ ਸਤ ਭਾਕੇ ਰਵਿਦਾਸ। 800 ਹੀਰਾ ਛਾੜ ਕੇ ਕਰੇ ਆਨ ਕੀ ਆਸ। ਹਰਸਿਓ ਹੀਰਾ, ਫਿਰ ਹਾਂ ਦੁਬਾਰੇ ਹਰ ਸਿਓ ਸੱਸਾ ਦਬਾਉਂ, ਹਰ ਸਿਓ ਸੱਸਾ ਛਾੜ ਕੇ ਛੱਛਾ ਦਾ ਸੀਤ ਹੋਏਗਾ ਮੇਰੇ ਕੋਲ, ਨਹੀਂ ਉਹ ਚੱਚੇ ਤੋਂ ਆ ਗਿਆ। ਹਰ ਸਿਓ ਹੀਰਾ ਚੱਚੇ ਤੋਂ ਨਹੀਂਗਾ, ਫਿਰ ਉਹ ਦੇਖਣਾ ਪਿਆ, ਮੈਨੂੰ ਯਾਦ ਭੁੱਲ ਗਿਆ ਕਰੈਕਟਰ, ਇੱਕ ਵਾਰੀ ਥੋੜਾ ਦੋ ਚਾਰ ਕਰੋ ਯਾਦ ਹੋ ਜਾਂਦੀ ਵੈਸੇ। ਹਾਂਜੀ ਹਰ ਸਿਓ ਹੀਰਾ ਐਚ ਆਏਗਾ ਕਰਕੇ, H ਦੁਬਾਰਾ ਆਏਗਾ। ਆ ਦੇਖੋ ਹੁਣ ਥੱਲੇ ਆ ਗਏ, ਚਲੋ ਇੱਥੇ ਤਾਂ ਨਜ਼ਰ ਆਣੇ ਸ਼ੁਰੂ ਨੇ, ਭਾਵੇਂ ਇੱਥੋਂ ਹੀ ਸਕਰੋਲ ਕਰੀ ਜਾਣਾ ਇੱਥੇ ਕਿ ਨਹੀਂ ਹੋ ਰਿਹਾ। ਚਲੋ ਅਗਲਾ ਇੱਕ ਹੋਰ ਬਟਨ ਦਬਾ ਦਿਓ, ਹਰ ਸਿਓ ਹੀਰਾ ਛਾੜ ਕੇ ਛੱਛੇ ਦਾ ਹੁਣ ਕਿਹੜਾ ਉਹ ਥੋੜਾ ਯਾਦ ਕਰਨਾ ਪੈਂਦਾ, ਜ਼ਿਆਦਾਤਰ ਤੇ ਉੱਤੇ ਹੀ ਆ ਜਾਂਦੇ ਨੇ, ਊੜਾ ਐੜਾ ਤੇ ਸਾਰਾ ABC ਤੋਂ ਉੱਦਾਂ ਹੀ ਆ ਜਾਂਦਾ। ਅੱਛਾ ਅਗਲੀ ਤੋਂ ਪਿਛਲੇ ਪੌਟ ਤੋਂ ਕਰ ਲਓ, ਯਾਦ ਹੁੰਦੇ। ਹਰਸਿਓ ਹੀਰਾ ਛਾੜ ਕੇ करे आन की आस, ते नर दोज़ख जाएंगे सत भाके रविदास। ਤੇ ਨਾਲ ਦੋਜ਼ਖ ਜਾਏंगे ਇਦਾਂ ਕਰੋ। 800 ਹੀਰਾ ਛਾੜ ਕੇ ਕਰੇ ਆਨ ਤੇ ਨਾਲ ਕੀ ਤੱਤਾ ਆਸ। ਉੱਥੋਂ W ਤੋਂ ਹੁੰਦਾ ਮੈਂ ਕੁਝ, ਤੱਤਾ W ਤੋਂ, ਫਿਰ ਤੇ ਨਾਲ ਇਹ ਤਾਂ T ਤੋਂ ਹੋਣਾ ਚਾਹੀਦਾ, W ਤੇ ਤਾਂ ਕੰਨਾ ਆਉਂਦਾ ਜੀ। ਫਿਰ Q ਤੋਂ ਹੋਏਗਾ, ਤੇ ਨਰ N ਤੋਂ ਨਰ, ਦੋਜ਼ਖ D ਤੋਂ ਦੋਜ਼ਖ, ਜੱਜੇ ਤੋਂ J ਆ ਦੇਖੋ ਆ ਗਏ, ਤੇ ਨਾਲ ਦੋਜ਼ਖ ਜਾਏंगे। ਇਹ ਆ ਗਿਆ ਬਾਬਾ ਜੀ, ਠੀਕ ਹੈ, ਕਾਫੀ ਲੰਬਾ ਸੀ। ਉਹ ਥੱਲੇ ਅਰਥ ਵੀ ਆ ਗਏ, ਠੀਕ ਤੇ ਹੈ। ਨਰ ਦੋਜਕ ਜਾਏਂਗੇ ਸਤ ਭਾਖੇ ਰਵਿਦਾਸ। ਜੀ, ਜੀ। ਇਹਨੂੰ ਉੱਪਰ ਨੂੰ ਕਰਾਂਗੇ, ਅੱਗੇ ਹੋਰ ਆ ਜਾਏਗਾ। ਇਹ ਰਵਿਦਾਸ ਜੀ ਦਾ ਇੱਥੇ ਖਤਮ ਹੋ ਗਿਆ, ਕਬੀਰ ਦਾ ਸ਼ੁਰੂ ਹੋ ਗਿਆ। ਔਰ ਇਹ ਆਖਰੀ ਪੰਕਤੀ ਹੋਣੀ ਹੈ ਨਾ, ਇਹ ਆਖਰੀ ਪੰਕਤੀ ਆ। ਰਵਿਦਾਸ ਨੇ ਥੱਲੇ ਕਰੋ ਪੂਰਾ ਸ਼ਬਦ ਆ ਜਾ। ਹਰਸਿਓ ਹੀਰਾ ਛਾੜ ਕੇ ਆ ਗਿਆ ਸੀ। ਇੱਕ ਮਿੰਟ ਜੀ, ਫਿਰ ਪਿੱਛੇ ਚਲਾ ਗਿਆ। ਅੱਛਾ ਗੁਰਬਾਣੀ ਸਾਹਿਬ ਆ ਦੇਖ, ਇੱਕ ਮਿੰਟ ਜੀ, ਇੱਥੇ ਥੱਲੇ ਨੂੰ ਕਰੋ। ਆ ਦੇਖੋ, ਹਰਸਿਓ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏंगे ਸਤ ਭਾਖੇ ਰਵਿਦਾਸ। ਇਹ ਫਿਰ ਜਿੰਨਾ ਉੱਪਰ ਜਾਵਾਂਗੇ ਪੂਰਾ ਆ ਜਾਏਗਾ। हर है खांड रेत में बिखरी, अस्थि चुनी न जाए। हाँ जी। कह कमूर कबीर गुर भली बदाई, चीटी होए चुन खाए। हाँ जी हाँ जी हाँ जी। कबीर है तो साध प्रेम की, शीस काट कर गोए। जी जी। कबीर जो तो साध प्रेम की, शीस काट कर जोए। ਜੇਕਰ ਤੈਨੂੰ ਪ੍ਰਭੂ ਦੀ ਪ੍ਰੀਤ ਦੀ ਖੇਡ ਖੇਡਣ ਦੀ, ਉਹ ਅਹੰਕਾਰ ਦੇ ਦੇ ਸੀਸ ਦਾ ਕੱਟਣੇ ਦਾ ਮਤਲਬ ਹੈ। ਹਾਂਜੀ ਹਾਂਜੀ, ਆਪਣਾ ਸਿਰ ਖੇਲਤ ਸਿਰ ਵੱਢ ਕੇ ਇਸ ਦੀ ਖੁੱਦੋ ਬਣਾ ਲੈ। ਜੋ ਕੁਝ ਹੋਏ ਸੋ ਹੋਏਗਾ। ਠੀਕ ਹੈ, ਤੁਸੀਂ ਹੁਣ ਸਮਝ ਲਓ, ਫਿਰ ਬਾਕੀ ਵੀ ਚੱਲਦਾ ਰਹੇਗਾ। ਹਾਂਜੀ, ਇਹ ਪਤਾ ਚੱਲ ਜਿਆ ਕਰੇਗਾ ਇਹਦੇ ਵਿੱਚ। ਚੱਲ ਗਿਆ। ਹਾਂਜੀ ਹਾਂਜੀ, ਜਾਣਕਾਰੀ ਹੋ ਗਈ ਹੈ। ਹੋ ਗਈ ਹੈ ਜੀ। ਬਸ ਇਹ ਜੇ ਤੁਸੀਂ ਸਟੋਰ ਕਰਨਾ, ਜਦੋਂ ਜਿਹਦਾ ਸ਼ਬਦ ਕੱਢ ਲਿਆ ਨਾ ਲੋੜ ਨਹੀਂ ਹੈ ਸਟੋਰ ਦੀ ਤਾਂ। ਹਾਂਜੀ, ਬਸ ਸਟਾਰ ਦਬਾਣਾ ਤੇ ਸਟੋਰ ਵੀ ਹੋ ਜਾਏਗਾ। ਉਹ ਤਾਂ ਕਾਰਨ ਪਤਾ ਕੀ ਹੈ, ਇਹਨਾਂ ਦਾ ਕਦੇ ਮੂਡ ਹੁੰਦਾ ਕੋਈ ਕੱਢਣਾ, ਕਦੇ ਕੋਈ। ਇੱਕ ਤਾਂ ਹੈ ਨਹੀਂਗਾ ਵੀ ਸਟੋਰ ਕਰਕੇ ਰੱਖਣ ਦੀ ਲੋੜ। ਨਹੀਂ ਸਟੋਰ ਹੈ ਤਾਂ ਵੀ ਆਪਣੇ ਫੇਵਰਿਟਸ ਐਡ ਕਰ ਲਈਦਾ। ਮੈਂ ਸਮਝ ਗਿਆ ਤੁਹਾਡੀ ਗੱਲ, ਪਰ ਫੇਵਰੇਟ ਚ ਲੋੜ ਨਹੀਂ। ਇਹਨਾਂ ਦੇ ਬਾਣੀ ਇਹਨਾਂ ਨੇ ਨਾ, ਕਹਿੰਦੇ ਮੈਂ ਪੂਰੀ ਜ਼ਿੰਦਗੀ ਚ, ਕਹਿੰਦੇ ਲੋਕ ਤਾਂ ਸਪੀਡ ਨਾਲ ਕਰਦੇ ਆ ਨਾ, ਮੈਂ ਕਦੇ ਇੱਕ ਪੰਨਾ ਕਦੇ ਅੱਧਾ ਪੰਨਾ। ਤੇ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰੇ ਰੱਖੇ ਹੋਏ ਸੀ ਕਾਨਪੁਰ ਅੱਛਾ ਅੱਛਾ, ਉੱਪਰ। ਉਹ ਆਪਦਾ ਸਮਾਧੀ ਚ ਧਿਆਨ ਚ ਲੱਗ ਸਮਾਂ ਬਿਤਾਉਣਾ, ਜਦ ਜੀ ਕਰਨਾ ਥੋੜੀ ਪੰਕਤੀ ਪੜ੍ਹਨੀ, ਫਿਰ ਉਹ ਸੋਚਣਾ ਵੀ ਜਿੰਨੀਆਂ ਪੜ੍ਹੀਆਂ ਨੇ ਇਹਨੂੰ ਜੀਵਨ ਤੇ ਘਟਾਈਏ।
ਕਹਿੰਦੇ ਏਕਣ ਕਰਕੇ ਕਹਿੰਦੇ ਇੱਕ ਪੂਰਾ ਕੀਤਾ ਸੀ, ਇੱਕ ਹਲੇ ਅੱਧਾ ਹੀ ਸੀ ਜਦ ਮੈਂ ਇੱਥੇ ਆ ਗਿਆ ਪੂਰੀ ਜ਼ਿੰਦਗੀ 'ਚ। ਕਹਿੰਦੇ ਜਿਹੜੇ ਹਿਸਾਬ ਨਾਲ ਆਪਾਂ ਕਰਦੇ ਆ ਗੁਰਬਾਣੀ ਦਾ ਪਾਠ, ਕਹਿੰਦੇ ਉਹ ਕਰਨ ਦਾ ਤਰੀਕਾ ਨਹੀਂ ਹੈ। ਹਾਂ ਤੇ ਤੋਤਾ ਰੱਟਣ ਦਾ ਤਾਂ ਕੋਈ ਫਾਇਦਾ ਹੀ ਨਹੀਂ। ਕਹਿੰਦੇ ਉਹ ਤਾਂ ਉਹ ਗੱਲ ਹੋ ਗਈ, ਤੋਤੇ ਨੂੰ ਇੱਕ ਨੂੰ ਪੜਾਤਾ ਵੀ ਸ਼ਿਕਾਰੀ ਆਊਗਾ ਜਾਲ ਵਿਛਾਊਗਾ ਤਾਂ ਫਸਣਾ ਨਹੀਂ, ਉਹ ਨਾਲੇ ਗਾਈ ਜਾਂਦਾ ਨਾਲੇ ਫਸੀ ਜਾਂਦਾ। ਕਹਿੰਦੇ ਇਹ ਤਾਂ ਪ੍ਰਮਾਤਮਾ ਦੀਆਂ ਇੱਕ ਉਹ ਨੇ ਬਈ ਆਪਣੇ ਜਿਸ ਤਰ੍ਹਾਂ ਆਪਾਂ ਨੂੰ ਨੁਕਸੇ ਦਿੱਤੇ ਆ ਰੱਬ ਨੇ ਜੀਵਨ ਜਿਉਣ ਦੇ ਤੇ ਆਪਦੇ ਵਿੱਚ ਮਿਲਾਉਣ ਦੇ, ਤੇ ਜੇ ਉਹਨਾਂ ਨੂੰ ਆਪਾਂ ਅਮਲ ਕਰਾਂਗੇ ਤਾਂ ਹੀ ਗੱਲ ਬਣਨੀ ਹੈ। ਇਹੀ ਗੁਰੂ ਨਾਨਕ ਦੇਵ ਮਹਾਰਾਜ ਨੇ ਮੱਕੇ 'ਚ ਕਿਹਾ ਸੀ, ਹਿੰਦੂ ਬੜਾ ਨਾ ਮੁਸਲਮਾਨ ਬੜੀ, ਸਭ ਅਮਲਾ ਬਾਟੀਆਂ ਦੋਵੇਂ ਦੀ। ਇਹ ਭਾਈ ਗੁਰਦਾਸ ਦੇ 'ਚ ਆ ਜਾਂਦਾ। ਤੇ ਆ ਇਹਨੂੰ ਕੈਂਸਲ ਕਰ ਦੂੰ ਹੈ ਜੀ, ਕੈਂਸਲ ਹੋ ਜਾਓ ਮਾਈਨਸ ਇੱਥੇ ਜਿਹੜਾ ਮਰਜ਼ੀ ਨਵਾਂ ਸ਼ਬਦ ਪਾ ਲਓ। ਉਹ 3-4 ਵਰਡ ਪਾਈ ਦੇ ਨਾ ਜਦੋਂ ਕਿ ਆਪਣੇ ਆਪ ਥੱਲੇ ਲਿਸਟ ਆ ਜਾਂਦੀ ਪੂਰੀ, ਉਹਦੇ ਨਾਲ ਮਿਲਦੇ ਜੁਲਦੇ ਸਾਰੇ ਆ ਜਾਂਦੇ। ਤੁਸ ਨਾਨਕ ਦੇਵੇ ਜਿਸ ਨਾਮ ਤਿਨ ਹਰ ਰੰਗ ਮਾਣਿਆ, ਉਹਨੂੰ ਖਜ਼ਾਨਾ ਹੋਰ ਵੱਡਾ ਵੀ ਕਰ ਸਕਦੇ ਸ਼ਾਇਦ। ਆ ਦੇਖੋ ਹਾਂ ਹੋ ਜਾਂਦਾ ਜਿੰਨਾ ਮਰਜ਼ੀ ਕਰ ਲਓ। ਦੇਖੋ ਕਿੰਨੇ ਵੱਡੇ, ਆ ਦੇਖੋ ਕਿੰਨੇ ਵੱਡੇ ਅਕਸ਼ਰ ਹੋ ਗਏ। ਵਾਹ ਵਾਹ, ਬਹੁਤ ਜਲਦ ਮਯਰ ਪੂਰਿਆ ਕਰ ਬਹੁਤ ਵਧੀਆ ਹੋ ਗਿਆ। ਵਾਏ ਵਾਈ ਰਘਵੀਰ ਦਾ ਵੀ ਕਿ ਹਾਂਜੀ ਇਹੀ ਚੀਜ਼ ਹੈ ਜੀ। ਇਹ ਇਹਦੇ ਵਿੱਚ ਹੈ ਜਿਹੜਾ ਮੈਂ ਪਹਿਲਾਂ ਭਰਿਆ ਸੀ, ਉਹਦੇ ਵਿੱਚ ਵੱਡਾ ਕਰਨੇ ਵਾਲਾ ਨਹੀਂ ਆ। ਇਹ ਨਾ ਕੈਲੰਡਰ ਹੈ ਜੋ ਉੱਥੇ ਲੈਫਟ ਸਾਈਡ ਨੇ, ਇੱਧਰ ਨੂੰ ਲੈਫਟ ਕਰੋ, ਇਹ ਕੈਲੰਡਰ ਅਨੁਸਾਰ। ਅੱਛਾ ਜੰਤਰੀ ਵੀ ਇਹਦੇ ਵਿੱਚ ਹੀ ਆ ਬਾਬਾ ਜੀ। ਅੱਛਾ ਮਹੀਨੇ ਦਾ ਹਾਂਜੀ ਇੱਥੇ ਜਾ ਕੇ ਨਾ ਇਹ ਆ ਦੇਖੋ, ਮੱਸਿਆ ਸੋਮਵਾਰ 11 ਮਾਰਚ, ਨਾਨਕਸ਼ਾਹੀ ਨਵਾਂ ਸਾਲ 14 ਮਾਰਚ, ਸੰਗਰਾਂਦ ਚੇਤ 14 ਮਾਰਚ, ਪੂਰਨਮਾਸ਼ੀ 27 ਮਾਰਚ, ਫਿਰ ਮੱਸਿਆ ਆ ਗਈ 10 ਅਪ੍ਰੈਲ ਦੀ। ਵਾਹ ਜੀ। ਮੱਸਿਆ ਤਾਂ ਹੁਣ ਕੱਲ ਪਰਸੋਂ ਲੰਘੀ ਆ ਨਾਲੇ। ਇਹ ਅੰਗਰੇਜ਼ੀ ਚ ਆਇਆ ਭਾਸ਼ਾ ਚ। ਇਹ ਅੱਜ ਤਾਂ 30 ਚੱਲ ਰਹੀ ਆ। ਇਹਨਾਂ ਦਾ ਕੈਲੰਡਰ ਹੈ, ਪਤਾ ਨਹੀਂ ਕਿਸ ਤਰ੍ਹਾਂ ਕਰ ਰਹੇ ਇਹ ਫਿਰ ਸਹੀ ਨਹੀਂ ਹੈ ਜੀ, ਇਹ 2013 ਦਾ ਚੱਲ ਰਿਹਾ। ਉਹ ਅੱਛਾ 14 ਹੋਣਾ ਚਾਹੀਦਾ ਅੱਗੇ, ਇਹ 13 ਦਾ ਇੰਸਟਾਲ ਹੋਇਆ ਹੋਇਆ। ਹੋ ਸਕਦਾ ਜੀ। ਹਾਂਜੀ ਮੈਨੂੰ ਖਿਆਲ ਨਹੀਂ ਆ ਰਿਹਾ, ਜਦ ਸੈਟਿੰਗਸ ਦੇ ਜਾ ਕੇ ਥੋੜਾ ਚੇਂਜ ਕਰਨਾ ਪਏਗਾ। ਭਾਈ ਗੁਰਦਾਸ ਜੀ ਦਾ ਨਾ ਕਿਤੇ ਵੀ ਮਿਲਦਾ ਆ ਅਪ੍ਰੈਲ ਆ ਗਈ ਜੀ ਅੱਗੇ, ਆ ਦੇਖੋ ਇਹ ਤਾਂ 12 ਆ ਗਿਆ, ਫਿਰ ਉੱਤੇ ਹੀ ਹੋਣਾ ਮੇਰੇ ਖਿਆਲ ਲੇਟੈਸਟ ਹੋਣਾ। ਆ ਜੂਨ 13, ਜੁਲਾਈ 12 ਆ ਗਿਆ। ਇੱਕ ਮਿੰਟ ਇੱਥੇ ਪਾਉਣਾ ਪਊਗਾ ਮੇਰਾ ਖਿਆਲ। ਇੱਥੋਂ ਤੋਂ ਆ ਗਿਆ ਅਪ੍ਰੈਲ 14। ਹਾਂਜੀ ਇਹ ਇੱਥੇ ਕਲਿੱਕ ਕਰੋਗੇ ਨਾ ਇਹ ਸਾਰੀ ਲਿਸਟ ਆ ਜਾਏਗੀ। ਪਰ ਇਹ 13 ਆ ਰਹੀ ਹੈ ਦੇਖੋ। ਅੱਛਾ ਜੀ, ਉੱਥੇ ਡੇਟ 14 ਆਉਂਦੀ ਹੈ ਜਦ ਆਪਾਂ ਪਿੱਛੇ ਜਾਂਦੇ ਆ। ਕੁਝ ਪ੍ਰੋਬਲਮ ਹੋਣੀ ਫਿਰ ਜੀ, ਮੈਨੂੰ ਪਤਾ ਨਹੀਂ ਹੁਣ। ਚਲੋ ਮਾੜੀ ਮੋਟੀ ਫਿਰ ਹੁੰਦੀ ਐਪਲੀਕੇਸ਼ਨ ਦੇ ਵਿੱਚ ਤੇ ਐਰਰ ਰਹਿ ਜਾਂਦੀ ਹੈ। ਤੇ ਗੁਰੂ ਕੈਲੰਡਰਸ ਤੇ ਤੁਹਾਨੂੰ ਦੱਸੇਗਾ ਵੀ ਕਿਹੜਾ ਐਸਜੀਪੀਸੀ ਦਾ ਚਾਹੀਦਾ, ਕਿ ਗੁਰਬਾਣੀ ਸਰਚ ਇਹਨਾਂ ਦਾ ਆਪਣਾ ਚਾਹੀਦਾ। ਦੋਵੇਂ ਕੈਲੰਡਰ ਚਾਹੀਦੇ ਨੇ, ਦੋਵੇਂ ਲੈ ਲਓ। ਇਹ ਤਾਂ ਦੋਨੋਂ ਕੀਤੇ ਹੋਏ ਆ। ਹਾਂਜੀ ਤੁਸੀਂ ਇੱਕ ਵੀ ਕਰ ਸਕਦੇ ਹੋ, ਉਹ ਦੋਵੇਂ ਕੈਲੰਡਰ ਨੇ ਨਾ ਇਸ ਵੇਲੇ, ਉਹ ਇੱਕ ਕਰ ਲਓ। ਹੁਣ ਸਿਰਫ ਐਸਜੀਪੀਸੀ ਦਾ ਆਏਗਾ ਨਕਸ਼ਾ। ਵਾਪਸ ਜਾਓ, ਹੁਣ ਇੱਥੇ ਜਾਓ, ਹੁਣ ਐਸਜੀਪੀਸੀ ਦਾ ਆਏਗਾ। ਹਲੇ 13 ਤੇ ਹੀ ਆ ਰਿਹਾ। ਹਾਂਜੀ ਗੁਰਬਾਣੀ ਸਰਚਲ ਤਾਂ ਉੱਪਰ ਹੈ ਹੀ, ਪਤਾ ਨਹੀਂ ਦਾ ਚੱਕਰ, ਪਰ ਇਹ 13 ਦਾ ਆ ਰਿਹਾ ਹਲੇ। ਹਾਂਜੀ ਹਾਂਜੀ ਤੇ ਅਪਡੇਟ ਹੀ ਕੀਤਾ ਹੋਏਗਾ 14 ਨਾਲ, ਮੇਰੇ ਸ਼ਾਇਦ 14 ਹੁੰਦਾ ਸੀਗਾ, ਪਤਾ ਨਹੀਂ ਕਈ ਵਾਰੀ ਐਰਰ ਰਹਿ ਜਾਂਦੀ ਨਾ ਸੌਫਟਵੇਅਰ ਦੇ ਵਿੱਚ। ਤਾਂ ਬਾਥਰੂਮ ਤੇ ਹਾਂਜੀ ਯੂਜ਼ ਕਰ ਸਕਦੇ, ਹਾਂਜੀ ਹਾਂਜੀ। ਕਿੱਧਰ ਨੂੰ ਜਾਓ।
ਸਵਿੰਦਰ ਸਿੰਘ ਕਰੀਬ ਕਰੀਬ ਇੱਥੇ ਲੁਧਿਆਣੇ ਵਿੱਚ ਹਮਨ ਤੇ ਸ਼ਾਮ ਨੂੰ ਮੇਰੇ ਕੋਲ ਆਉਂਦੇ ਨੇ, ਮਿਲਦੇ ਨੇ, ਤੇ ਤੁਸੀਂ ਇਹਨਾਂ ਨਾਲ ਟਾਈਮ ਸੈੱਟ ਕਰ ਲਓ ਸ਼ਾਮ ਨੂੰ, ਜਿਸ ਵੇਲੇ ਇਹ ਆਵਣ ਤੁਸੀਂ ਵੀ ਆ ਜਾਓ, ਆਓ ਬੈਠ ਜਾਾਂਗੇ ਘੰਟਾ ਸਵਾ ਘੰਟਾ ਜਿੰਨੀ ਦੇਰ ਰੁਕਦੇ ਨੇ, ਇਹਨਾਂ ਨਾਲ ਸੈੱਟ ਕਰ ਲੈਣਾ। 7 ਵਜੇ ਦੇ ਲਗਭਗ ਇਹ ਆਉਂਦੇ ਨੇ। ਠੀਕ ਹੈ ਬਾਬਾ ਜੀ, ਠੀਕ ਹੈ, ਜੋ ਹੁਕਮ ਹੈ ਜੀ। ਠੀਕ ਰਹੇਗਾ, ਸੁਭਤਾ ਰਹੇਗੀ। ਹਾਂਜੀ। ਇਹ ਹੁਣ ਸ਼ੁਰੂ ਹੋਇਆ, ਇਹ ਲੇਟ ਸ਼ੁਰੂ ਹੋਇਆ ਇਹ ਗ੍ਰੰਥ ਮੈਨੂੰ ਲੱਗਦਾ। ਬਸ ਹੁਣ ਸ਼ੁਰੂ ਹੋ ਗਿਆ, ਹੁਣ ਬਸ ਸਪੀਡ ਲੈ ਲੈਣੀ, ਫਟਾਫਟ ਹੋ ਜਾਣਾ। ਤੁਸੀਂ ਕਹਿ ਰਹੇ ਸੀ ਨਾ, ਆਹ ਵੇਖੋ ਆਲਮੋਸਟ 1% 1 MB ਹੋ ਗਿਆ। ਇਹਦੇ ਵਿੱਚੋਂ ਹੀ ਓਕਣ ਅਕਸ਼ਰਾਂ ਨਾਲ ਸਰਚ ਹੋ ਜਾਇਆ ਕਰੇਗੀ ਇਹ ਗ੍ਰੰਥ। ਇਹਦਾ ਜਿਹੜਾ ਨਾ, ਇਹਦਾ ਪੱਕਾ ਪੰਜਾਬੀ ਚ ਹੈਗਾ, ਇਹਦਾ ਮੈਨੂੰ ਪਤਾ ਹੈਗਾ। ਇਹਦਾ ਜਿਹੜਾ ਕੀਬੋਰਡ ਜਿਹੜਾ ਹੈ ਨਾ ਥੱਲੇ ਪੰਜਾਬੀ ਚ ਆਉਂਦਾ, ਉਹ ਫਿਰ ਸੌਖਾ ਵਾ ਆਪਰੇਟ ਕਰਨਾ। ਪਰ ਇਹਦੇ ਚ ਹੈ ਵੀ, ਇਹਦੇ ਚ ਕਈ ਥਾਵਾਂ ਤੇ ਤੁਹਾਨੂੰ ਨਾ ਅਰਥ ਪਤਾ ਤਾਂ ਤੁਹਾਨੂੰ ਤੇ ਲੋੜ ਹੀ ਨਹੀਂ, ਸਾਰੇ ਅਰਥਾਂ ਦੀ ਤੇ ਆਪੇ ਮਾੜੀ ਬੜੀ ਕਿਰਪਾ ਕੋਈ ਗੱਲ ਹੈਗੀ। ਨਹੀਂ, ਬਾਬਾ ਜੀ ਸ਼ਬਦ ਹੀ ਪੁੱਛਦੇ ਹੁੰਦੇ ਆ ਜ਼ਿਆਦਾਤਰ। ਫਿਰ ਉਹ ਸੌਖਾ ਤੁਹਾਨੂੰ ਇੱਥੋਂ ਸੌਖਾ ਰਹੂਗਾ। ਨਾਲੇ ਸਕਰੀਨ ਵੀ ਚਿੱਟੀ ਆਏਗੀ ਇਦਾਂ ਦੀ, ਤੇ ਪਿੱਛੇ ਬਲੈਕ ਅੱਖਰ ਆਣਗੇ, ਉਹ ਜ਼ਿਆਦਾ ਸੌਖੇ ਨਜ਼ਰ ਆਉਂਦੇ ਨੇ। ਬਾਕੀ ਸਵਿੰਦਰ ਸਿੰਘ ਕਰਨਾ ਇਹ ਆਪੂ ਪਵੇਗਾ ਨਾ, ਇਹ ਗੁਰਬਾਣੀ ਵੀ ਇਹ ਆ ਕਹਿੰਦੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਸਵਾੜੀ, ਇਹ ਦੂਜਾ ਕੋਈ ਕਰਕੇ ਨਹੀਂ ਲੈ ਸਕਦਾ ਨਾ। ਸੰਸਾਰ ਦਾ ਪਦਾਰਥ ਤੇ ਦਿੱਤੇ ਲੈ ਜਾਂਦੇ ਨੇ, ਇਹ ਆਪੂ ਕਰਨਾ ਪਵੇਗਾ। ਆਪ ਉਹ ਅੱਜ ਤੀ ਲੱਗ ਜਾਓ, ਬਸ ਤੁਸੀਂ ਸਿਰ ਤੇ ਹੱਥ ਰੱਖੋ, ਲੱਗ ਜਾਣੇ। ਇਸੇ ਛਣ ਤੀ ਲੱਗ ਜਾਓ ਬਸ। ਵਾਹਿਗੁਰੂ। ਬਈ ਕੋ ਲੱਗਣਾ ਕੀ ਬਲੇ ਭੁੱਲਣਾ ਨਹੀਂ ਨੂੰ। ਮਨ ਦੌੜਦਾ ਬਾਹਰ ਇੱਧਰ ਜਾਂਦਾ, ਉਹ ਉਹਨੂੰ ਰੋਕ ਕੇ ਫਿਰ ਆਪਣੇ ਵਾਪਸ ਲਿਆ। ਜਿਕਦੋਂ ਇੱਕ ਸੰਤ ਦਾ ਸ਼ਬਦ ਮੈਂ ਰਟਿਆ, ਮੇਰਾ ਮਨ ਅਨੰਤ ਕਹਾਂ ਸੁਖ ਪਾਵੇ। ਬਾਹਰ ਜਾਣੇ ਤੇ ਮੈਂ ਸੁਖ ਨਹੀਂ ਮਿਲਦਾ, ਦੁੱਖ ਹੀ ਦੁੱਖ। मेरा मन अनंत कहाँ सुख पावे, जैसे उड़ जहाज का पंछी पुन पुन जहाज पर आवे। पानी वाले जहाज में पंछी होवे तो कितने जा के होगा, उस जगह ही कोई नहीं, पानी पानी है। इस तरह संत की हालत हो जाती है कि जिस वे मौज विच होंदा ते वो आनंद बाहर उन्होंने वासनावां लगदी है, बाहर चंगा ही नहीं लगता। और दुनिया में रहो ते किस तरह रहो, दुनिया में हूं दुनिया का तलबगार नहीं हूं। वासनावां पड़ी है ना बाजार में, दुनिया में हूं दुनिया का तलबगार नहीं। तलबगार का मतलब चाहवान, बाजार से गुजरा हूं खरीदार नहीं हूं। मैं लगना पिया है संसार दे बाजार में, वासनावां ही वासनावां ने, लेकिन मनु नहीं चाहिए। मैं तृप्त हाँ, क्योंकि इको ही चीज ते इको समय मेरे अंदर बसेगी ना। जब मेरे अंदर परमात्मा बसते है तो विख वासना की करे। अंतर बसे ना बाहर जाए, अमृत छोट कहे बिख खाए। ये गुरबाणी है। अंतर बसे ना बाहर जाए, पता नहीं केड़ा शब्द होगा, काट के देख लो। जी। अंतर बसे ना बाहर जाए, अमृत छोड़ काहे बिक खाए। ਉੱਥੇ ਤੁਹਾਡੇ ਉੱਤੇ ਆਲਰੇਡੀ ਹੈਗਾ ਓਲਾ, ਇਹਨੂੰ ਰਹਿਣ ਦਿਓ, ਹੋਮ ਤੇ ਜਾਓ ਆਪਣੇ। ਹਾਂਜੀ, ਉਹ ਤੇ ਇੰਸਟਾਲ ਹੋ ਰਿਹਾ, ਮੈਨੂੰ ਟਾਈਮ ਲੱਗ ਜਾਏਗਾ ਨਾ। ਦੂਜੇ ਪਾਸੇ ਉਧਰ ਨਹੀਂ। ਅੱਛਾ ਜੀ, ਏਦਾਂ ਨਹੀਂ ਹੋ ਰਿਹਾ ਨਾ, ਮੈਨੂੰ ਯਾਦ ਆ ਗਿਆ ਕਿੱਦਾਂ ਕਰਨਾ ਤੁਸੀਂ। ਜਦੋਂ ਮੈਂ ਨਾ ਵੇਖਿਆ ਇਹ ਵਾਲਾ ਦਵਾਓ ਉੱਪਰ ਵਾਲਾ। ਹਾਂਜੀ, ਆ ਦੇਖੋ
ਮੈਂ ਕਿਹਾ ਕੀ ਭੁਲੇਖਾ ਪੈ ਗਿਆ ਸੀ। ਕੈਪੀਟਲ ਕਰਕੇ ਆ ਜਾਂਦਾ। ਹਾਂ ਜੀ, ਅੰਤਰ ਵਸੈ 20 ਤੋਂ ਹੋਏਗਾ ਮੇਰਾ ਵਸੈ अंदर वसे ਨਾ ਬਾਹਰ ਜਾਏ 20 ਤੋਂ ਕਰੋ न बाहर जाए। ਨਾ ਬਾਹਰ ਜਾਏ 20 ਤੋਂ 20 ਦਬਾਓਗੇ ਉਹ ਫਿਰ ਸ਼ਾਰਟਕਟ ਕਰ ਲਿਸਟ ਨੂੰ ਕਿਉਂਕਿ ਕਾਫੀ ਜ਼ਿਆਦਾ ਹੈ। ਅੰਤਰ ਵਸੇ ਨਾ ਬਾਹਰ ਜਾਏ ਆ ਕੋਈ ਕੁਝ ਸ਼ਬਦ ਰਹਿ ਗਿਆ ਪਹਿਲੇ ਲੰਬੀ ਲਿਸਟ ਸੀ। ਇਹ ਆ ਗਿਆ ਬਾਬਾ ਜੀ। ਵੱਡਾ ਕਰ ਦਿਓ ਥੋੜਾ ਜਿਹਾ। सुई माला पहला नानक पातशाह दा जे अंतर वसे ना बाहर जाए अमृत छोड़ काहे भिख खाए। और ठीक है, पता नहीं पूरा शब्द पढ़ लो, करने का वाला आ गया ना। हाँ जी आ गया जी। बस एक ही ऐसा ज्ञान जपो मन मेरे उससे दे पोजीशन में जोड़िया होना सारा। होवो चाकर साचे के बस इको ही ज्ञान है, और तो कोई ज्ञान है ही नहीं। एक ज्ञान ज्ञान बहु ज्ञान है अज्ञान। वो लिखता उन्होंने ज्ञान ध्यान सब कोई देवे बांधन बांधिया सब जग पवे। वही है घूमता रहता ਉਹਦੇ ਨਾਲ ਲੜੀਆਂ ਚਲੀਆਂ ਹੁੰਦੀਆਂ। सेवा करे सो चाकर होए जल थल मैयल रब रहा सोए हम नहीं चंगे बुरा नहीं कोए प्रणमत नानक तारे सोए। नानक प्रणमत बेनती करता है। ਵਾਹ और पंक्ति की चेते आई है, बाकी सारा आ गया। ਵਾਹ 90% हो गया। ਇਹਦੇ ਕੈਪੀਟਲ ਲੈਟਰ ਕਰ ਲਓ ਫਿਰ ਸਿੱਧਾ ਹੋ ਜਾਂਦਾ ਸਾਰਾ ਠੀਕ। ਹਾਂ ਜੀ, ਉਹ ਜਿਹੜਾ ਏ ਤੋਂ ਹੀ ਊੜਾ ਬਣੇਗਾ, ਏ ਤੋਂ ਹੀ ਐੜਾ ਬਣੇਗਾ। ਉਹ ਕੈਪੀਟਲ ਤੇ ਉਹਦੇ ਤੇ ਫਰਕ ਹੈ ਬਸ। ਤੁਹਾਨੂੰ ਲੱਗ ਗਿਆ ਪਤਾ? ਹੁਣ ਤੇ ਆਪਣੇ ਆਪ ਕਰ ਲੈਣਾ ਸਾਰਾ। ਆਲਮੋਸਟ ਜਿਹੜਾ ਆਪਾਂ ਅਕਸ਼ਰ ਜਿਹੜੇ ਬੋਲਦੇ ਆ ਇੰਗਲਿਸ਼ ਵੀ ਉਹੀ ਜਿੱਦਾਂ ਵਸੈ ਤੋਂ 20 ਤੋਂ ਵਸਿਆ ਹੋਏਗਾ। ਥੋੜਾ 19 ਦਾ ਫਰਕ ਹੋਏਗਾ। ਬਾਬਾ ਬੱਬਾ BRB ਬੰਬੇ ਵਾਈਕਲ। ਹਾਂ ਜੀ, ਬਸ 19 ਦਾ ਕਈ ਵਾਰੀ ਫਰਕ ਪੈ ਜਾਂਦਾ, ਪਰ ਕਿਉਂਕਿ ਉਹ ਅਕਸ਼ਰ ਉਹ ਘੱਟ ਬਾਬਾ ਜੀ ਦੇ ਤੁਕਾਂ ਬਹੁਤ ਯਾਦ ਹੁੰਦੀਆਂ ਨੇ, ਦੂਜੀ ਕੱਢ ਲਵੇ ਇੱਕ ਨਾ ਰਲੇ। ਹਾਂ ਜੀ, ਉਹ ਸੌਖਾ ਹੋ ਜਾਂਦਾ। ਛੱਛਾ ਜੀ ਕਈ ਨਹੀਂ ਲੱਭਿਆ ਜਿੱਦਾਂ ਉਦੋਂ ਸਾਨੂੰ। ਇਹਦੇ ਵਾਧਾ ਹੋ ਗਿਆ, ਤੁਹਾਡੇ ਵਿੱਚ ਟੀਕਾ ਵੀ ਹੋ ਗਿਆ। ਟੀਕਾ ਵੀ ਹੋ ਗਿਆ ਜੀ। ਇਹਦੇ ਟੀਕਾ ਵੀ ਹੋ ਗਿਆ। ਹਾਂਜੀ ਹਾਂਜੀ। ਹੁਣ ਨਾਲੇ ਕੋਈ ਵੀ ਤੁਕ ਬੋਲੀਏ ਨਾ, ਭਾਈ ਨੰਦ ਲਾਲ ਵਾਲੀ ਉਹ ਵੀ ਆ ਜਾਏਗੀ, ਭਾਈ ਗੁਰਦਾਸ ਵਾਲੀ ਵੀ ਆ ਜਾਏਗੀ। ਅੱਛਾ, ਸਾਰਾ ਕੁਝ ਹੀ ਆ ਜਾਏਗਾ ਇਹਦੇ ਵਿੱਚ। ਅੱਛਾ। ਹਾਂਜੀ, ਸਰਚ 'ਚ ਤਾਂ ਸਾਰੇ ਗ੍ਰੰਥਾਂ 'ਚੋਂ ਕੋਈ ਪਾ ਦੋ ਉਹੀ ਆ ਜਾਣੀ ਆ। ਹਾਂ ਜੀ, ਹਾਂ ਜੀ। ਸਰਚ 'ਚ ਜਾਣ 'ਚ ਹੀ ਫਾਇਦਾ। ਭਾਈ ਗੁਰਦਾਸ ਦੀਆਂ ਬੜੀਆਂ ਪਿਆਰੀਆਂ ਵਾਰਾਂ ਨੇ, ਬਹੁਤ ਸਾਰੇ। ਤਾਂ ਹੀ ਤੇ ਗੁਰੂ ਅਰਜਨ ਸਾਹਿਬ ਨੇ ਆਖਿਆ ਨਾ, ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ। ਹਾਂਜੀ ਹਾਂਜੀ। ਇਹ ਇੱਕ ਵਾਰ ਹੁਣ ਲੋਡ ਹੋ ਗਿਆ, ਨੈਟ ਦੀ ਵੀ ਲੋੜ ਨਹੀਂ ਮੁੜ ਕੇ। ਨਾ ਫੇਰ ਕਰੋ, ਫੇਰ ਨਹੀਂ ਲੋੜ ਹੈ ਤੁਹਾਨੂੰ। ਇਹ ਸੌਖਾ ਕੰਮ ਆ। ਹਾਂ ਜੀ, ਬਾਈ ਚਾਂਸ ਕਈ ਹੁੰਦਾ ਕਿਤੇ ਨੈਟਵਰਕ ਨਹੀਂ ਫੜਦਾ, ਹੋਰ ਇਹ ਚੱਲੇਗਾ ਹੀ ਚੱਲੇਗਾ। ਇਹ ਤੇ ਬਸ ਪੂਰਾ ਖਜ਼ਾਨਾ ਆ ਗਿਆ ਜੀ ਵਿੱਚ। ਤਾਂ ਵੱਡਾ ਖਜ਼ਾਨਾ ਭਰ ਕੇ ਦੇ ਗਏ ਅੱਜ ਆਪਾਂ ਨੂੰ ਜੀ। ਹਾਂਜੀ, ਇਹ ਵੱਡਾ ਖਜ਼ਾਨਾ ਭਰ ਕੇ ਦੇ ਗਏ। ਇਹ ਵੀ ਆਪ ਖਜ਼ਾਨੇ ਦੇ ਬਲਾਖੀ ਹੋਏ ਜੀ। ਬਹੁਤ ਸ਼ੁਭ ਹੈ, ਬਹੁਤ ਸੁੰਦਰ। ਜੀ ਚਲੋ ਮੇਲ ਹੋਇਆ, ਠੀਕ ਹੋ ਗਿਆ। ਇਹ ਮਹਾਰਾਜ ਜਗਿਆਸੂ ਦਾ ਹਿਰਦਾ ਇਹ ਹੁੰਦਾ ਵੀ ਜਿਕਣ ਮਹਾਤਮਾ ਦਾ ਤਾਂ ਉਹ ਹੁੰਦਾ ਜਿਕਣ ਤੂਤ ਦੀ ਛਟੀ ਆ, ਜਿੰਨਾ ਚਿਰ ਪਕੜ ਕੇ ਰੱਖੋ ਨੀਚੇ ਆ, ਜਦ ਛੋੜ ਦੋ ਫੇਰ ਆਪਣੀ ਜਗ੍ਹਾ ਤੇ। ਜਿਕਣ ਉਹ ਪੰਛੀ ਵਾਲੀ ਗੱਲ ਆ, ਉਡਾਰੀਆਂ ਮਾਰਦਾ, ਪਾਣੀ ਦਾ ਖੁੱਲੇ ਸਮਾਨ ਦਾ ਆਨੰਦ ਲੈਂਦਾ, ਪਰ ਬੈਠਣੇ ਨੂੰ ਹੋਰ ਕੋਈ ਜਗ੍ਹਾ ਨਹੀਂ ਉਹਨੂੰ। ਬੈਠਣ ਨੂੰ ਜਗ੍ਹਾ ਨਹੀਂ, ਕੀ ਕਰੇਗਾ? ਕੀ ਫਿਰ ਜਾਏਗਾ ਤੇ ਆਪਣੇ ਆਵੇ। ਇਹ ਅਕਸਰ ਮੈਂ ਉੱਥੇ ਕਾਨਪੁਰ ਸੁਣਾਇਆ ਕਰਦਾ, दुनिया में हूं, दुनिया का तलबगार नहीं हूं, इस तरह जियो। हाँ जी, वाशनामा का बाजार भरे है, लेकिन मन नहीं चाहिए, मैं खरीदार ही नहीं हाँ जी महाराज। बाजार से गुजरा हूं, बाजार दे हो भाई ये संसार, ओ भाई संत दा ओ भाई कामियां दा। ਮਸਕੀਨ ਜੀ ਖੁਦ ਕਹਿੰਦੇ ਹੁੰਦੇ ਸੀਗੇ, ਬਾਜ਼ਾਰ ਤੁਸੀਂ ਮੈਨੂੰ ਮੇਰੀ ਨਿਮਰਤਾ ਨਾ ਸਮਝੋ, ਇੱਥੋਂ ਹੀ ਵਾਸ਼ਨਾਵਾਂ ਮਿਲਦੀਆਂ ਹੋਣਾ ਕੀ ਚਾਹੀਦਾ, ਇੱਥੋਂ ਹੀ ਪਰਮਾਤਮਾ ਪ੍ਰਾਪਤੀ ਕੀ ਹੋਣੀ ਚਾਹੀਦੀ ਹੈ, ਪਰ ਮੈਨੂੰ ਹੋਈ ਨਹੀਂ ਹਲੇ। ਹਾਂ, ਉਹ ਕਹਿੰਦੇ ਤੁਸੀਂ
ਆ ਤੇ ਜਿਹੜੇ ਮਤਲਬ ਉਹਨਾਂ ਤੇ ਅਥਾਹ ਸ਼ਰਧਾ ਰੱਖਦੇ ਸੀ ਉਹ ਇਹ ਸੋਚਦੇ ਸੀ ਵੀ ਇਹਨਾਂ ਦੀ ਨਿਮਰਤਾ ਵਾ ਇਹ, ਪਰ ਇਹ ਹੁਣ ਉਹ ਆਪਦੀ ਆਪ ਜਾਣਨ, ਕਿਉਂਕਿ ਇਹ ਦੂਜਾ ਬੰਦਾ ਤੁਹਾਡੇ ਅੰਦਰ ਦੀ ਮੈਂ ਨਹੀਂ ਜਾਣ ਸਕਦਾ, ਮੇਰੇ ਅੰਦਰ ਦੀ ਤੁਸੀਂ ਨਹੀਂ, ਤੁਸੀਂ ਗੈਸ ਲਾ ਸਕਦੇ ਹੋ, ਮੈਂ ਗੈਸ ਲਾ ਸਕਦਾ। ਬਸ ਮੇਰੇ ਕੋਲ ਹੈਗੀ ਉਹ ਕਥਾ, ਕਹਿੰਦੇ ਸੀ ਵੀ ਤੁਸੀਂ ਮਿਲੇ ਹੋਵੋ, ਮੈਂ ਗੈਸ ਗਲਤ ਲਾ ਸਕਦਾ ਵੀ ਇਹ ਨਹੀਂ ਮਿਲੇ ਹੋਏ, ਤੁਸੀਂ ਨਹੀਂ ਮਿਲੇ ਹੋਏ, ਮੈਂ ਗੈਸ ਲਾ ਸਕਦਾ ਕਿ ਤੁਸੀਂ ਮਿਲੇ ਹੋਏ ਹੋ। ਤੇ ਇੱਕ ਚੀਜ਼ ਇਹ ਆ ਵੀ ਤੁਹਾਡੇ ਮਿਲਣ ਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹਦੇ ਚ ਬਲੂਟੁੱਥ ਦਾ ਸਿਸਟਮ ਹੈ ਹੀ ਨਹੀਂ ਟ੍ਰਾਂਸਫਰ ਹੋਣ ਦਾ। ਐਸੇ ਤਾਂ ਡਾਊਨਲੋਡ ਵਾਲੇ ਕੰਮ ਹੈ, ਉੱਪਰੋਂ ਹੀ ਹੋਣਾ ਜਦੋਂ ਹੋਣਾ। ਉਹਨੇ ਮਾਲਕ ਨੇ ਆਪਦੇ ਹੱਥ ਰੱਖਿਆ, ਉਹ ਵਨ ਵੇ ਡਾਊਨਲੋਡ ਆ ਸਿਰਫ, ਉਹਦੇ ਜਦੋਂ ਕਿਰਪਾ ਹੋਣੀ ਹੈ ਗੁਰਪ੍ਰਸਾਦ। ਤੇ ਉਹ ਦੇਖੋ ਨਾ ਮਿਲਦਾ ਨਵੇਂ ਤਰੀਕੇ ਨਾਲ। ਵੱਡੀ ਗੱਲ ਤਾਂ ਇਹ ਆ, ਦੇਖੋ ਰਜਨੀਸ਼ ਜੀ ਨੇ ਆਖਿਆ ਸੀ ਕਿ ਇਹ ਕੋਟ ਨਹੀਂ ਸੀ ਕਰਦੇ, ਮਸਕੀਨ ਜੀ ਸਾਰਾ ਰਜਨੀਸ਼ ਜੀ ਨੂੰ ਪੜ੍ਹਦੇ ਸੀ, ਇਹਨਾਂ ਕੋਲ ਬੜਾ, ਤੁਹਾਡੇ ਜੇ ਪਿਤਾ ਜੀ ਜਾਣਦੇ ਹੋਣਗੇ, ਗ੍ਰੰਥਾਂ ਦਾ ਭਰਿਆ ਹੁੰਦਾ ਸੀ। ਡੈਡੀ ਕਈ ਵਾਰੀ ਉਹਨੇ ਲਾਇਬ੍ਰੇਰੀ ਵੇਖੀ ਡੈਡੀ ਨੇ ਮਸਕੀਨ ਸਾਹਿਬ ਦੀ। ਤੇ ਜਿਹੜਾ ਰਜਨੀਸ਼ ਨੂੰ ਉੱਪਰੋਂ ਜਾਣਦਾ ਉਹ ਇਹ ਸੀਗਾ ਵੀ ਰਜਨੀਸ਼ ਸਪਿਰਚੁਅਲਿਟੀ ਦੇ ਨੇੜੇ ਤੇੜੇ ਨਹੀਂ ਹੋਣਾ, ਪਰ ਜੇ ਉਹਨੂੰ ਮਹਾ ਆਨੰਦ ਮਿਲਿਆ ਹੋਇਆ ਤਾਂ ਇਹ ਚੀਜ਼ਾਂ ਉਹਦੇ ਖਾਤਰ ਮੈਨੇ ਨਹੀਂ ਸੀ ਰੱਖਦੀਆਂ, ਉਹ ਇਹਨਾਂ ਵਿੱਚ ਗਲਤਾਨ ਹੋਇਆ ਹੀ ਨਹੀਂ ਹੋਣਾ ਵਿਸ਼ੇ ਵਾਸਨਾ ਦੇ ਵਿੱਚ। ਬਿਲਕੁਲ ਸਹੀ ਹੈ। ਹਾਲਾਂਕਿ ਉਹਦੇ ਜਿਹੜੇ ਹੋਰ ਬੰਦੇ ਆਉਂਦੇ ਸੀ ਉਹ ਸਾਰੇ ਹੀ ਉੱਥੇ ਗਲਤਾਨ ਸੀ ਜ਼ਿਆਦਾਤਰ, ਜੋ ਆਪਾਂ ਧਰਮ ਯੁੱਗ 'ਚ ਦੇਖਿਆ। ਤੁਹਾਡੀ ਉਮਰ ਛੋਟੀ ਹੋਣੀ ਆ, ਤੁਸੀਂ ਉਹ ਨਹੀਂ ਦੇਖਿਆ। ਇੱਕ ਵਾਰ ਧਰਮ ਯੁੱਗ 'ਚ ਇਹਦੇ ਬਾਰੇ ਪੂਰਾ ਅੰਦਰਲਾ ਇਤਿਹਾਸ ਛਪਿਆ ਸੀ ਵੀ ਉੱਥੇ ਗੋਰੇ ਗੋਰੀਆਂ ਕੀ ਕਰਦੇ ਆ, ਕੀ ਨਹੀਂ ਕਰਦੇ ਆ। ਪਰ ਜੇਕਰ ਉਹ ਪਰਮਾਤਮਾ ਵਾਲੀ ਗੱਲ ਹੈ, ਜਿਹੜਾ ਪਰਮਾਤਮਾ 'ਚ ਮਿਲ ਜਾਂਦਾ ਨਾ, ਉਹ ਸੂਰਜ ਦੀਆਂ ਕਿਰਨਾਂ ਵਾਲਾ ਹਿਸਾਬ ਹੋ ਜਾਂਦਾ। ਇਹ ਵੀ ਪਰਮਾਤਮਾ ਦੀ ਕਿਰਤ ਆ ਸੂਰਜ, ਜਦ ਉਹ ਨਿਰਲੇਪ ਰਹਿ ਸਕਦਾ ਗੰਦਗੀ ਦੇ ਉੱਪਰ ਕਿਰਨਾਂ ਪੈ ਕੇ, ਤੇ ਜਿਹੜਾ ਪ੍ਰਭੂ 'ਚ ਮਿਲ ਗਿਆ ਉਹ ਕਿਉਂ ਨਹੀਂ ਰਹਿ ਸਕਦਾ? ਹਾਂਜੀ, ਉਹਦੇ 'ਚ ਪ੍ਰਭੂ ਜਿੰਨੀ ਮਤਲਬ ਕਿਰਪਾ ਉਹਦੀ ਇਹ ਹੋ ਜਾਂਦੀ ਹੈ। ਦੇਖੋ ਨਾ ਜੀ, ਕਹਿੰਦੇ ਜੈਸਾ ਸੇਵੇ ਤੈਸਾ ਹੋਵੇ। ਇੱਕ ਮਹਾਰਾਜ ਤੁਸੀਂ ਕਹਿੰਦੇ ਹੁੰਦੇ ਹੋ ਨਾ, ਉਹ ਸੁਣੋ ਸੁਣ ਮਿਲੇ ਹੋਏ ਸਮਦਰਸੀ। ਪਰਮਾਤਮਾ 'ਚ ਮਿਲਣੇ ਵਾਸਤੇ ਪਰਮਾਤਮਾ ਵਰਗਾ ਹੋਣਾ ਪੈਂਦਾ। ਉਹ ਸੁਣਨਾ ਤਾਂ ਸੁਣਨ 'ਚ ਤੁਹਾਨੂੰ ਪਹੁੰਚਣਾ ਪਵੇਗਾ, ਖਾਸਿਆਤ ਸਾਰੀਆਂ ਖਤਮ ਕਰਨੀਆਂ ਪੈਣੀਆਂ ਨੇ, ਤਾਂ ਜਾ ਕੇ ਮਿਲੋਗੇ। ਤਰਲ ਪਦਾਰਥ ਸੁਣੋ ਸੁਣ ਮਿਲਿਆ ਸਮਦਰਸੀ, ਪਵਨ ਰੂਪ ਹੋਏ ਜਾਵੇਂਗੇ, ਬੌੜ ਹਮ ਕਾਹੇ ਆਵੇਂਗੇ। ਇਹ ਦੁਬਾਰਾ ਕੋਈ ਜਨਮ ਨਹੀਂ ਹੋਗਾ। ਸੁਣੋ ਸੁਣ ਮਿਲਿਆ ਸਮਦਰਸੀ। ਸਮੁੰਦਰ 'ਚ ਨਦੀਆਂ ਸਮਾਉਂਦੀਆਂ ਹੈ, ਨਾ ਕਿ ਨਦੀ ਨਿਕਲਦੀ ਕੋਈ ਨਹੀਂ ਉਹਦੇ ਵਿੱਚੋਂ। ਸਮਦਰਸੀ ਪਰਮਾਤਮਾ ਨੂੰ ਕੇ ਵਾਪਸੀ ਨਹੀਂ ਜਾਵੇਂਗੇ। ਲੇਕਿਨ ਉਹ ਬੂੰਦ ਨੂੰ ਪਤਾ ਹੈ ਕਿ ਮੈਂ ਸਾਗਰ ਦਾ ਹਿੱਸਾ ਬਣ ਗਈ ਹਾਂ, ਸਾਗਰ ਨੂੰ ਨਹੀਂ ਪਤਾ। ਪਰਮਾਤਮਾ ਉਹਨੂੰ ਆਪਾਂ ਸਾਗਰ ਕਹਿ ਦਿੰਦੇ ਆ, ਸਾਗਰ 'ਚ ਮਿਲੀ ਕਰਕੇ, ਪਰ ਸਾਗਰ ਸਾਗਰ ਆ, ਬੂੰਦ ਬੂੰਦ ਆ। ਬੂੰਦ ਨੂੰ ਪਤਾ ਮੈਂ ਸਾਗਰ, ਪਤਾ ਮੈਂ ਮਿਲ ਚੁੱਕੀ ਆ। ਉਹ ਪੂਰਾ ਉਹਦੇ ਵਾਲੇ ਗੁਣ ਆ ਗਏ, ਉਹਦੇ ਵਾਲਾ ਆਨੰਦ ਆ ਗਿਆ, ਸਭ ਕੁਝ ਆ, ਉਹਦਾ ਰੂਪ ਹੋ ਗਈ। ਪਰ ਉਹ ਤਾਂ ਉਹੀ ਹੈ ਜੋ ਬੇਅੰਤ ਆ, ਉਹਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਆਪਾਂ ਪ੍ਰੇਮ 'ਚ ਕਿਸੇ ਨੂੰ ਉਹ ਸਥਾਨ ਦੇ ਦਿੰਨੇ ਆ, ਉਹ ਦੇਣ ਦਾ ਭਾਵ ਆ ਕਿ ਉਹਦੇ ਵਿੱਚ ਮਿਲ ਚੁੱਕਿਆ ਬਸ। ਉੱਥੇ ਦੋਮ ਤੇਮ ਨਹੀਂ ਹੈ ਜਿਹੜਾ ਮਿਲ ਗਿਆ ਉੱਥੇ, ਚਾਹੇ ਰਵਿਦਾਸ ਜੀ ਨੇ ਚਾਹੇ ਆਪਣੇ ਗੁਰੂ ਮਹਾਰਾਜ ਨੇ, ਉਹ ਇੱਕੋ ਆ। ਤਾਂ ਹੀ ਉਹਨਾਂ ਨੇ ਬਰਾਬਰ ਬਿਠਾਇਆ ਗੁਰੂ ਗ੍ਰੰਥ ਸਾਹਿਬ 'ਚ। ਬਹੁਤ ਸਿੱਖ ਕੱਟੜਤਾ 'ਚ ਕਹਿ ਦਿੰਦੇ ਨੇ ਵੀ ਉਹਨਾਂ ਭਗਤਾਂ ਨੂੰ ਦੁਬਾਰਾ ਜਨਮ ਲੈ ਕੇ ਆਉਣਾ ਕੋਈ ਨਹੀਂ, ਇਹ ਗਲਤ ਗੱਲ ਆ। ਇਹ ਆਪਣੇ ਆਪਣੇ ਧਰਮ ਕੀ ਸਭੇ ਮਨਾਵੇ ਟੇਕ, ਆਪਦਾ ਹੰਕਾਰ ਹੀ ਹੈ ਵੀ ਇੱਕ ਅੰਦਰ ਆਪਣਾ ਵੀ ਮੇਰਾ ਉੱਚਾ ਵਾ। ਉੱਥੇ ਦੋਮ ਸੇਮ ਹੈ ਹੀ ਨਹੀਂ। ਭਾਈ ਗੁਰਦਾਸ ਦਾ ਸ਼ਬਦ ਹੀ ਆਪਦਾ, ਰਵਿਦਾਸ ਜੀ ਦਾ, ਦੋਮ ਨਾ ਸੇਮ। ਕਹਿੰਦੇ ਉੱਥੇ ਦਰਜਾ ਬਦਰਜਾ ਨਹੀਂ ਆ, ਉੱਚਾ ਨੀਚਾ ਪਰਮਾਤਮਾ 'ਚ ਮਿਲ ਕੇ। ਉੱਥੇ ਨਾ ਹਿੰਦੂ ਨੂੰ ਜਗ੍ਹਾ, ਨਾ ਸਿੱਖ ਨੂੰ, ਨਾ ਮੁਸਲਮਾਨ ਨੂੰ। ਇਹ ਤਾਂ ਪਰਮਾਤਮਾ ਦੇ ਸਾਰੇ ਪੁੱਤਰ ਆ। ਹੁਣ ਦੇਖੋ, ਇੱਕ ਪਿਤਾ ਦੇ ਪੁੱਤਰ ਤੁਹਾਡੇ ਬੱਚੇ ਤੁਹਾਡਾ ਨਾਂ ਲੈਣਗੇ, ਤੁਹਾਡੇ ਭਰਾ ਦੇ ਬੱਚੇ ਤੁਹਾਡੀ ਭੈਣ ਦੇ ਬੱਚੇ ਦੂਜਾ ਨਾਂ ਲੈਣਗੇ। ਪਿਤਾ ਖਾਤਰ ਤਾਂ ਇੱਕੋ ਹੀ ਹੋ ਨਾ, ਤੁਸੀਂ ਬੱਚੇ ਹੀ ਹੋ ਉਹਦੇ। ਅੰਸ਼ ਤਾਂ ਉਸੇ ਦੀ ਹੋ। ਆਪਾਂ ਸਾਰੇ ਪਰਮੇਸ਼ਰ ਦੀ ਅੰਸ਼ ਆ, ਚਾਹੇ ਕਿਸੇ ਧਰਮ 'ਚ, ਹਾਂਜੀ, ਚਾਹੇ ਬਨਸਪਤੀ ਦੇ ਰੂਪ 'ਚ ਆ, ਚਾਹੇ ਜੀਵ ਜੰਤੂ ਦੇ ਰੂਪ 'ਚ ਆ, ਸਭ 'ਚ ਇੱਕ ਸਮਾਨ ਆ ਉਹ। ਟਾਈਮ ਹੋ ਗਿਆ ਮਹਾਰਾਜ, 8:45 ਹੋ ਗਏ, ਤੁਹਾਡਾ ਵੀ ਆਰਾਮ ਦਾ ਸਮਾਂ ਹੋ ਰਿਹਾ। ਅੱਛਾ ਠੀਕ ਹੈ। ਤੇ ਇੱਕ ਇਹਨਾਂ ਨੇ ਹੋਰ ਗੁਰੂ ਗ੍ਰੰਥ ਸਾਹਿਬ ਦਾ ਉਹ ਲੋਡ ਕੀਤਾ, ਇਹਦੇ ਵਿੱਚ ਉਹ ਹੋ ਰਿਹਾ ਹਲੇ ਬਸ 2-4 ਮਿੰਟ ਰਹਿ ਗਏ ਮੈਨੂੰ ਲੱਗਦਾ। ਹਾਂ, ਇੱਕ ਹੋਰ ਇਹਨਾਂ ਨੇ ਕੀਤਾ, ਉਹਦੇ ਵਿੱਚ ਪੰਜਾਬੀ ਦੇ ਅੱਖਰਾਂ ਰਾਹੀਂ ਲੱਭਣਾ ਹੋਰ ਸੌਖਾ ਹੋ ਜਾਏਗਾ। ਅੱਛਾ ਠੀਕ ਹੋ ਗਿਆ, ਉਹ ਵੀ ਆ ਜਾਏਗਾ ਵਿੱਚ, ਹੁਣ ਥੋੜੀ ਦੇਰ ਚ ਆਉਣੇ ਵਾਲਾ ਹੀ ਆ। ਬਸ 2-4 ਮਿੰਟ ਦੀ ਖੇਡ ਰਹਿ ਗਈ ਆ, 91% ਲੋਡ ਹੋ ਗਿਆ। ਬੈਠੋ ਹੋ ਜਾਓ। ਹਾਂਜੀ।
ਕਰਕੇ ਉਹ ਵੀ ਇਹਨਾਂ ਤੋਂ ਸਮਝ ਲਈਏ ਥੋੜਾ। ਸਮਝ ਲਓ ਕੋਈ ਫਰਕ ਨਹੀਂ ਪੈਂਦਾ, ਬੜੇ ਲਾਭਕਾਰੀ ਹੋਵੇਗਾ। ਹਾਂਜੀ ਹਾਂਜੀ, ਇਹਨਾਂ ਦਾ ਅੱਜ ਸਬੱਬ ਵਧੀਆ ਬਣ ਗਿਆ। ਰਘਵੀਰ ਸਾਹਿਬ ਸਿੰਘ ਦੇ ਨਾਲ ਪਤਾ ਨਹੀਂ ਕਦ ਮੁਲਾਕਾਤ ਹੁੰਦੀ, ਇਹਦੇ ਵਿੱਚ ਅਰਥ ਵੀ ਆ ਗਏ। ਜੀ ਔਰ ਵੀ ਸ਼ਾਇਦ ਇਤਨਾ ਜਾਣਕਾਰ ਹੁੰਦਾ। ਹਾਂਜੀ ਹਾਂਜੀ, ਇਹਨਾਂ ਨੂੰ ਬੜਾ ਇਸ ਬਾਰੇ ਕੰਪਿਊਟਰ ਦਾ ਗਿਆਨ ਆ। ਹਾਂ ਜੀ, ਜਾਣਕਾਰੀ ਕਿਉਂਕਿ ਇਹਨਾਂ ਨੂੰ ਸ਼ੌਕ ਆ ਗੁਰਬਾਣੀ ਦੀ। ਇਹਨਾਂ ਕੋਲ ਤਾਂ ਹੋਰ ਬੜਾ ਖਜ਼ਾਨਾ। ਕਹਿੰਦੇ ਮੇਰੇ ਕੋਲ ਇੱਕ ਐਸਾ ਵਾ, ਉਹ ਮੈਕਸ ਵਾਲਾ ਤੁਸੀਂ ਕੀ ਦੱਸਦੇ ਸੀ ਜੀ? ਹਾਂਜੀ, ਸਿੱਖੀ ਟੂ ਦਾ ਮੈਕਸ, ਸਿੱਖੀ ਟੂ ਦਾ ਉਹ ਮੈਕਸ। ਕੰਪਿਊਟਰ ਦੇ ਸਾਰਾ ਜਿਹੜਾ ਉਹ ਇੱਕ ਦੇਖੋ ਐਸਾ ਉਹਨੇ ਲੋਡ ਕੀਤਾ ਗੁਰਬਾਣੀ ਦਾ ਬਾਬਾ ਜੀ, ਉਹਨੇ ਆਪਦਾ ਨਾਮ ਵੀ ਨਹੀਂ ਲਿਖਿਆ। ਲੋਡ ਕਰਨੇ ਵਾਲਾ ਕੌਣ? ਉਹ ਪਾ ਕੇ ਚਲਿਆ ਗਿਆ ਦੁਨੀਆ ਦੇ ਭਲੇ ਵਾਸਤੇ। ਔਰ ਖੁਦ ਪਾਸੇ ਕਰ ਲਿਆ, ਉਹਨੂੰ ਪਤਾ ਹੀ ਨਹੀਂ ਕਿਸ ਨੇ ਪਾਇਆ। ਨਹੀਂ ਤਾਂ ਆਪਦਾ ਨਾਮ ਜ਼ਰੂਰ ਅਗਲਾ ਲਿਖਦਾ ਵੀ ਆ ਮੇਰੇ ਵੱਲੋਂ ਜੀ ਪੇਟ ਹੈ, ਸਮਰਪਣ ਹੈ ਜਾਂ ਜੋ ਵੀ ਹੈ। ਉਹ ਭੇਟ ਕਰ ਗਿਆ, ਉਹਨੇ ਆਪਣਾ ਆਪ ਰੱਖਿਆ ਹੀ ਨਹੀਂ। ਜੀ ਠੀਕ ਹੈ। ਉਹ ਅੰਗ ਸੁਣ ਹੋਵੇਗਾ ਨਾ, ਵਿਚਾਰ ਹੋਵੇਗਾ। ਇਹ ਸਾਰੇ ਸੌਫਟਵੇਅਰ ਉਹਨੂੰ ਵੇਖ ਕੇ ਬਣ ਗਏ ਸਨ ਬਾਅਦ ਚੋਂ। ਹਾਂਜੀ, ਪਹਿਲਾਂ ਸਭ ਤੋਂ ਉਹੀ ਬਣਿਆ, ਉਹਦੀ ਕਾਪੀ ਕੀਤੀ ਸਾਰਿਆਂ ਨੇ, ਬੜੀ ਮਿਹਨਤ ਕੀਤੀ ਉਸ ਬੰਦੇ ਨੇ ਵੀ। ਤੇ ਬਲਜਿੰਦਰ ਸਿੰਘਾ ਨੇ ਰਾੜਾ ਸਾਹਿਬ ਵਾਲਿਆਂ ਨੇ ਵੀ ਨਾ ਆਪ ਗ੍ਰੰਥ ਦੇਖ ਦੇਖ ਕੇ ਖੁਦ ਲੋਡਿੰਗ ਕੀਤੀ ਆ ਸਾਰੀ। ਅੱਛਾ ਜੀ, ਹਾਂਜੀ, ਜੀ ਕਿਰਪਾ ਜੀ। ਆ ਗਿਆ ਜੀ, ਆ ਗਿਆ ਉਹ ਵੀ ਹੋ ਗਿਆ ਬਾਬਾ ਜੀ ਪੂਰਾ। ਠੀਕ ਹੈ। ਤੇ ਇਹ ਵਿਊ ਦਾ ਸਕਰੀਨ ਵਿਲ ਰਿਮੇਨ ਔਨ ਬਿਗਰ ਕੀਬੋਰਡ ਨੈਵੀਗੇਟ ਟੂ ਨੇ, ਇਹ ਤਾਂ ਫਿਰ ਓਕੇ ਹੀ ਕਰਦੀ ਹੈ ਹਾਂਜੀ ਨਾ। ਬਸ ਇਹ ਤਾਂ ਤੁਹਾਨੂੰ ਦੱਸ ਰਿਹਾ ਵੀ ਕੀ ਕੁਛ ਹੈਗਾ। ਇਹ ਲਓ ਜੀ। ਅੱਛਾ, ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਊੜਾ ਆੜਾ ਈੜੀ ਸੱਸਾ ਪੰਜਾਬੀ ਵਿੱਚ ਹੀ ਆ ਗਿਆ। ਕੋਈ ਉਹ ਅੰਗਰੇਜ਼ੀ ਤੋਂ ਪੰਜਾਬੀ ਬਣਾਉਣੇ ਪੈਂਦੇ ਸੀ ਅਕਸ਼ਰ। ਇਹ ਚ ਜਿਹੜਾ ਸ਼ਬਦ ਆ ਆਪਾਂ ਪੰਜਾਬੀ ਦੇ ਅੱਖਰ ਹੀ ਲਾਵਾਂਗੇ, ਸਰਚ ਸ਼ੁਰੂ ਹੋ ਜਾਏਗੀ। ਇਹ ਕਲੀਅਰ ਮਤਲਬ ਜਿਹੜੇ ਫਿਰ ਆਪਾਂ ਲਿਖ ਲੈਂਦੇ, ਟਾਈਪ ਕਰ ਲੈਂਦੇ ਨਾ ਸਾਰਾ, ਉਹ ਲੱਗਦਾ ਵੀ ਵਰਡ ਆਪਾਂ ਗਲਤ ਲਿਖ ਲਏ, ਉਹਨੂੰ ਉਹ ਕਲੀਅਰ clear ਕਰ ਦਿੰਦਾ ਦਿੰਦਾ ਸਾਰੇ। ਅੱਛਾ, ਇੱਥੇ ਲਿਖ ਲੈਣਾ ਹੁਣ ਸਰਚ ਵਾਸਤੇ। ਇੱਥੇ ਬਸ ਸਰਚ ਤੇ ਹੱਥ ਲਾ ਕੇ ਲਿਖੀਏ, ਪਰ ਲੋੜ ਹੀ ਨਹੀਂ ਤੁਸੀਂ ਲਿਖਣ ਦੀ। ਕਿਹੜਾ ਸ਼ਬਦ ਕੱਢੀਏ ਬਾਬਾ ਜੀ? ਜੋ ਮਰਜ਼ੀ ਕਰੋ। ਰਾਮਕਲੀ ਮਹਲਾ ਪਹਿਲਾ। ਅੰਤਰ ਸੁਨੰਗ ਬਾਹਰ ਸੁਨੰਗ ਤ੍ਰੈ ਪਵਨ ਸੁਨ ਸਮਾਨੰਗ। ਅੰਤਰ ਸੁਨੰਗ ਸੱਸਾ, ਅੰਤਰ ਸੁਨੰਗ ਬਾਹਰ ਸੁਨੰਗ ਬਾਹਰ ਸੁਨੰਗ ਤ੍ਰੈ ਪਵਨ ਸੁਨ ਸਮਾਨੰਗ। ਬਾਹਰ ਚੌਥੇ ਸੁਨਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੇ। ਬੱਬਾ ਹੋਏਗਾ ਜੀ। ਅੰਤਰ ਸੁਨੰਗ ਰਾਮਕਲੀ ਰਾਗ ਜੀ। ਜਾਂ ਇੱਕ ਵਰਡ ਕੱਟਣਾ ਹੋਵੇ ਤੇ ਇੱਥੋਂ ਕੱਟ ਸਕਦੇ ਹੋ। ਅੱਛਾ ਜੀ, ਅੰਤਰ ਸੁਨੰਗ ਬਾਹਰ ਸੁਨੰਗ ਫਿਰ ਸੱਸਾ ਕਰੋ, ਉਹ ਸੱਸਾ ਬੜਾ ਅੰਤਰ ਸਾਚ ਬਾਹਰ ਸਾਚ ਵਰਤਾਏ। ਥੱਲੇ ਕਰੋ, ਹੋਰ ਹੋਣਗੇ। ਕਲੀਅਰ ਕਰ ਦਿਓ। ਅੰਤਰ ਵਾਲਾ ਤਾਂ ਇਹ ਠੀਕ ਆ। ਆਪਾਂ ਜੀ ਦੁਬਾਰਾ ਬੋਲੇ ਬਾਬਾ ਜੀ, ਕਿਹੜਾ ਸ਼ਬਦ ਸੀਗਾ? ਅੰਤਰ ਅੰਤਰ ਸੁਨੰਗ ਬਾਬਾ ਜੀ ਸੱਸੇ ਨਾਲ ਹੀ ਹੋਵੇਗਾ। ਐੜੇ ਨਾਲ ਹੈ ਨਾ। ਐੜੇ ਨਾਲ ਤਾਂ ਅੰਤਰ ਆ ਗਿਆ, ਐੜਾ ਪਾ ਦਿੱਤਾ ਮੈਂ ਉੱਪਰ। ਐੜੇ ਨਾਲ ਅੰਤਰ ਸੁਨੰਗ। ਅੰਤਰ ਦਾ ਮਤਲਬ ਹੈ ਅੰਦਰ, ਅੰਦਰ ਹੁੰਦਾ। ਤੇ ਸੁਨੰਗ ਸੱਸੇ ਨਾਲ ਹੋਵੇਗਾ ਨਾ। ਅੰਤਰ ਆ ਸੁਨੰਗ ਸੱਚੇ ਨਾਲ। ਕਿਤੇ ਸੱਸੇ ਪੈਰ ਬਿੰਦੀ ਨਾਲ ਤਾਂ ਨਹੀਂ ਹੋਵੇਗਾ ਸੁਨੰਗ? ਉਹ ਸੱਸਾ ਅੰਤਰ ਇਹਦੇ ਨਾਲ ਹੀ ਕੱਢ ਲੇਗਾ। ਬਾਵਾ ਪਾ ਕੇ ਦੇਖੀਏ ਕਿ ਬੱਬੇ ਦੀ ਜਗ੍ਹਾ। ਹਾਂਜੀ ਚਲੋ ਕਰੋ। ਅੰਤਰ ਸੁਨੰਗ ਸੱਚਾ। ਆਪੇ ਸੰਜਮ ਵਰਤੇ ਸੁਆਮੀ। ਨਹੀਂ ਆਇਆ ਹਲੇ। ਫਿਰ ਅਗਲੀ ਤੁਕ ਤੋਂ ਕਰੋਗੇ, ਤੋਂ ਬਦਲ। ਕੋਈ ਹੋਰ ਤੁਕ ਇਸ ਸ਼ਬਦ ਦੀ ਬਾਬਾ ਜੀ? ਅੰਤਰ ਸੁਨੰਗ ਬਾਹਰ ਸੁਨੰਗ ਤ੍ਰੈ ਪਵਨ ਸੁਨ ਸਮਾਨੰਗ। ਹਾਂਜੀ, ਇੱਕ ਮਿੰਟ। ਚੌਥੇ ਸੁਨਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੰ। ਚੌਥੇ ਸੁਣਨ ਜੋ ਨਾ ਜਾਣੇ। ਅੱਛਾ, ਜੁਜਾ ਹੈ ਜੀ। ਕੱਕਾ ਖੱਖਾ ਜੱਜਾ। ਹਾਂਜੀ ਇੱਥੇ ਬਾਹਰ ਸੁਨੰਗ ਤ੍ਰੈ ਪਵਨ ਸੁਨ। ਚੌਥੇ ਸੁਨਨੇ ਜੋ ਨਰ ਜਾਣੇ। ਚੌਥੇ ਸੁਨਨੇ ਜੋ ਨਰ ਜਾਣੇ। ਆ ਗਿਆ, ਆ ਗਿਆ ਬਾਬਾ ਜੀ। ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿਭਵਨ ਸੁਨ ਸਮਾਨੰਗ। ਉਹ ਸ਼ਬਦ ਤੇ ਉਹ ਹੀ ਆਇਆ।
ਚੌਥੇ ਆਇਆ ਸੁਣਨੇ ਜੋ ਆਇਆ ਨਾ ਜਾਣੇ ਲੱਭ ਤਾਂ ਨਹੀਂ ਪਾਪ ਪਾਇਆ ਨਾ ਪੁੰਨ। ਤੁਸੀਂ ਇਹਦੇ ਅਰਥ ਅੰਗਰੇਜ਼ੀ ਵਿੱਚ ਲਿਖੇ ਹੋਏ ਆ ਇਹਨਾਂ ਨੇ। ਚਲੋ ਕੋਈ ਗੱਲ ਨਹੀਂ plus minus ਦਾ ਅਸੀਂ ਅਰਥ ਕੇ ਹਾਂਜੀ। ਕਰਨੇ ਨੇ ਸਭ ਤੋਂ ਅਸੀਂ ਪਹਿਲਾਂ ਤੇ plus minus ਦਾ ਸਮਝ ਰਹੇ ਹਾਂ ਸਹੀ ਚੌਥੇ ਸੁਣਨੇ ਜੋ ਮਰ ਜਾਣੇ ਤਾਂ ਆ ਦੇਖੋ ਅੰਗ ਵੀ ਉੱਪਰ ਲਿਖਿਆ ਆ ਗਿਆ 943 ਦੇ ਉੱਪਰ ਹੈ ਇਹ। ਰਾਮਕਲੀ ਰਾਗ ਹਾਂਜੀ ਹਾਂਜੀ। ਠੀਕ ਹੈ ਅੱਛਾ ਪਲੱਸ ਮਾਈਨਸ ਤੁਸੀਂ ਕੀ ਕਹਿੰਦੇ ਹੋ? ਇਹਨੂੰ ਕੋਈ ਦਬਾਓ ਨਾ ਟੈਪ ਕਰੋਗੇ ਪਲੱਸ ਮਾਈਨਸ ਆ ਜਾਏਗਾ ਫਿਰ। ਆ ਗਿਆ ਪਲੱਸ। ਅਰਥ ਇਹਨੂੰ ਦੂਜੇ ਕਰੋ ਤੇ ਪੰਜਾਬੀ ਭਾਸ਼ਾ ਵਿੱਚ ਵੱਡੀ ਕਰਤੀ ਮੁਸ਼ਕਿਲ ਅਰਥ ਕਰਵਾ ਲਓ ਪੰਜਾਬੀ ਭਾਸ਼ਾ ਵਿੱਚ। ਜਿੰਨਾ ਮਰਜੀ ਵੱਡਾ ਛੋਟਾ ਕਰ ਲਓ। ਇਹ ਵੱਡੇ ਛੋਟੇ ਕਰਨ ਵਾਸਤੇ ਇਹਦੇ ਵਿੱਚ ਅਰਥ ਬਾਬਾ ਜੀ ਇਹ ਨਹੀਂ ਹੋਣੇ, ਇਹਦੇ ਵਿੱਚ ਅਰਥ ਅੰਗਰੇਜ਼ੀ ਦੇ ਹੀ ਭਰੇ ਹੋਏ ਆ। ਅੱਛਾ 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 ਇਹਦੇ ਵਿੱਚ ਨਹੀਂ ਪੰਜਾਬੀ ਦੇ ਅਰਥ ਹੋਣੇ। ਮੋਟੇ ਅਰਥ ਹੋ ਗਏ ਚਲੋ ਠੀਕ ਹੈ ਅਰਥ ਤੇ ਉਹ ਸਾਹਮਣੇ ਨੇ ਹਾਂਜੀ ਹਾਂਜੀ। ਇਹਦੇ ਵਿੱਚ ਵੀ ਅੰਤਰਾਤਮਾ ਜਿਹੜੀ ਨਿਰਵਿਚਾਰ ਹੈ ਸ਼ੂਨ ਹੈ ਨਿਰਾਕਾਰ ਹੈ ਹੋਰ ਕੇ ਉਹ ਇਹਦੇ ਇਹ ਫੇਵਰਿਟਸ ਤੁਸੀਂ ਬਣਾ ਸਕਦੇ ਹੋ ਸਟਾਰ ਦਬਾ ਕੇ। ਹਾਂਜੀ ਹਾਂਜੀ। ਉਸ ਤੋਂ ਇਲਾਵਾ ਇੱਧਰ ਗਾਓਗੇ ਤੇ ਬਾਣੀ ਜੀ ਨੇ ਸਾਰੀ ਨਿਤਨੇਮ ਦੀ ਬਾਣੀਆਂ ਨੇ ਸਾਰੀਆਂ ਉੱਪਰ ਥੱਲੇ ਤੱਕ। ਇਹ ਥੱਲੇ ਜਿਹੜਾ ਸਭ ਤੋਂ ਥੱਲੇ ਪੂਰਾ ਗੁਰੂ ਗ੍ਰੰਥ ਸਾਹਿਬ ਹੈ ਵਿੱਚ। ਇੱਥੇ ਪੰਨਾ ਨੰਬਰ ਪਾ ਦਿਓ 943 ਜਿੱਦਾਂ ਆਪਾਂ ਉਹ ਦੇਖ ਰਹੇ ਸੀਗੇ। ਤੇ ਆਹ ਦੇਖੋ ਤੇ ਉਹ ਰਾਮਕਲੀ ਜਿਹੜਾ ਆਪਾਂ ਹੁਣ ਪਾਪਾ ਜੀ ਕਹਿ ਰਹੇ ਸੀ ਜਿਹੜਾ ਸ਼ਬਦ। ਹਾਂਜੀ ਹਾਂਜੀ। ਬਾਬਾ ਜੀ ਨੇ ਤਾਂ ਸ਼ਬਦ ਹੀ ਦੇਖਣਾ ਹੁੰਦਾ, ਪੂਰੇ ਪੰਨੇ ਦੀ ਤਾਂ ਲੋੜ ਨਹੀਂ। ਹਾਂਜੀ ਮੈਂ ਉਦੋਂ ਤਾਂ ਦੱਸ ਰਿਹਾ ਮੈਂ ਇਨ ਕੇਸ ਕਦੇ ਕੱਲ ਨੂੰ ਲੋੜ ਪਵੇ ਜਦੋਂ ਹੀ ਆ ਵੱਡਾ ਹੋਵੇ, ਇਹ ਤੋਂ ਵੱਡਾ ਨਹੀਂ ਇਹ ਚ ਹੋਣਾ। ਹਾਂਜੀ ਜੇ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਖੋਲਦੇ ਆ ਫਿਰ ਬਾਹਲਾ ਵੱਡਾ ਹੋਣ ਦਾ ਸਕੋਪ ਨਹੀਂ ਰਹਿੰਦਾ, ਕੱਲਾ ਸ਼ਬਦ ਵੱਡਾ ਹੋ ਜਾਂਦਾ। ਹਾਂਜੀ ਅੱਛਾ ਬੰਦ ਹੋ ਗਿਆ ਉਸ ਤੋਂ ਅੱਗੇ ਨਹੀਂ ਕਰ ਰਹੇ ਹੁਣ ਹੋ ਰਿਹਾ ਜੀ ਇਹ ਹੁਣ ਫਾਈਲ ਹੋ ਗਿਆ ਇਹ ਫਾਈਲ ਹੋ ਗਿਆ ਬੰਦ ਹੋ ਗਿਆ ਨਾ ਅੱਗੇ ਗਰੇਜਾ ਹੋ ਗਿਆ ਹੁਣ। ਬੰਦ ਹੋ ਗਿਆ। ਹਾਂਜੀ। ਇਹ ਚ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਰਹਿਰਾ ਸਾਹਿਬ, ਸੋਲਾ ਕੋਈ ਖੋਲ ਲੋ। ਠੀਕ ਹੈ ਇਹ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਖੁੱਲ ਜਾਂਦਾ ਹਾਂਜੀ ਪੰਨੇ ਦੇ ਅਨੁਸਾਰ। ਹਾਂਜੀ ਠੀਕ ਹੋ ਗਿਆ ਜੀ। ਇਹੋ ਹੀ ਦੋਵੇਂ ਜਿਹੜੇ ਨੇ ਸਭ ਕੁਝ ਹੈਗਾ ਇਹਦੇ ਵਿੱਚ ਹੋਰ ਕੁਝ ਲੋੜ ਨਹੀਂ ਪੈਣੀ ਹੋਰ ਕਿਸੇ ਐਪਲੀਕੇਸ਼ਨ ਦੀ। ਇਹ ਚੋ ਗੁਰਬਾਣੀ ਵਾਲੇ ਚ ਜਿਹੜਾ ਮੇਰਾ ਭਰਿਆ ਹੋਇਆ ਨਾ। ਹਾਂਜੀ ਉਹ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ। ਇਹਦੇ ਵਿੱਚ ਆ ਹਿੰਦੀ ਵਿੱਚ ਖੋਲ ਲੋ ਚਾਹੇ। ਅੱਛਾ ਜੀ। ਇਹਦਾ ਇਹੀ ਫਰਕ ਆ ਦੇਖੋ ਹੁਣ ਹਿੰਦੀ ਵਿੱਚ ਆ ਗਿਆ। ਹਾਂ ਅੱਛਾ ਚਲੋ ਇਹ ਵੀ ਬੜੀ ਅੱਛੀ ਗੱਲ ਹੈ ਜੀ। ਹਾਂਜੀ ਹਾਂਜੀ। ਠੀਕ ਉਹ ਅੰਗਰੇਜ਼ੀ ਵਿੱਚ ਅਰਥਾਂ ਵਾਲਾ ਵੀ ਆ ਗਿਆ, ਜੇ ਸਰਚ ਵਿੱਚੋਂ ਖੋਲ ਲੋ ਦੂਸਰਾ ਵੀ ਆ ਗਿਆ ਆਪਣੇ ਕੋਲ। ਉਹਦੇ ਚ ਸਾਰਾ ਨਿਤਨੇਮ ਵਗੈਰਾ ਸਭ ਕੁਝ ਹੈਗਾ ਉਹਦੇ ਵਿੱਚ ਵੀ ਜਿਹੜਾ ਗੁਰਬਾਣੀ ਸਰਚਰ ਹੈ ਨਾ ਜਿਹੜਾ। ਹਾਂਜੀ ਹਾਂਜੀ। ਅੱਛਾ ਉਹਦੇ ਕਲਰ ਵਗੈਰਾ ਵੀ ਚੇਂਜ ਕਰ ਸਕਦੇ ਹੋ ਜੀ। ਗੁਰਬਾਣੀ ਸਰਚਰ ਬੜਾ ਐਡਵਾਂਸ ਹੈ ਉਹਦੀ ਸੈਟਿੰਗਸ 'ਚ ਜਾਓਗੇ ਨਾ ਕਲਰ ਤੁਹਾਨੂੰ ਬੈਕਗ੍ਰਾਉਂਡ ਕਾਲੀ ਨਹੀਂ ਪਸੰਦ ਹੈਗੀ ਹੋਰ ਚਿੱਟੀ ਕਰ ਲਓ ਫਰੰਟ ਕਾਲਾ ਕਰ ਲਓ ਜੋ ਚੇਂਜ ਕਰਨਾ ਕਰ ਲਓ ਸਾਰੀ ਐਡਜਸਟਮੈਂਟ ਕਰ ਸਕਦੇ ਹੋ। ਇਹ ਆ ਐਪਲੀਕੇਸ਼ਨਾਂ ਵਿੱਚ ਪਈਆਂ ਰਹਿਣ, ਥੋੜਾ ਜਿਹਾ ਪ੍ਰੋਸੈਸਰ ਸਲੋ ਰਹਿੰਦਾ ਵੀਰੇ, ਕੱਢ ਦੇਣੀਆਂ ਚਾਹੀਦੀਆਂ। ਉਹ ਕੱਢ ਦੇਣੀ ਚਾਹੀਦੀ। ਖਾਲੀ ਹੋ ਗਿਆ। ਉਹਦਾ ਵੀ ਤੁਸੀਂ ਪਲੇ ਸਟੋਰ ਤੇ ਜਾ ਕੇ ਨਾ ਉਹਨੂੰ ਕਹਿੰਦੇ ਨੇ ਕਿਹੜਾ ਮੈਨੇਜਰ ਕਹਿੰਦੇ ਨੇ ਐਪ ਮੈਨੇਜਰ। ਅੱਛਾ ਜੀ। ਉਹਨੂੰ ਡਾਊਨਲੋਡ ਕਰ ਲਓ ਇਦਾਂ ਹੀ ਤੇ ਤੁਹਾਨੂੰ ਇਹਦਾ ਇੱਕ ਤੇ ਜਾਣ ਦੀ ਲੋੜ ਨਹੀਂ। ਐਪ ਮੈਨੇਜਰ ਐਪਲੀਕੇਸ਼ਨ ਖੋਲੋਗੇ ਨਾ ਉਹ ਸਾਨੂੰ ਦਿਖਾ ਦੇਗਾ ਫਰੰਟ ਤੇ ਕਿਹੜੀਆਂ ਖੁੱਲੀਆਂ ਬੈਕ ਤੇ ਕਿਹੜੀ ਖੁੱਲੀਆਂ। ਇੱਕੋ ਬਟਨ ਦਬਾਓਗੇ ਟੱਚ ਕਰਕੇ ਸਾਰੀਆਂ ਬੰਦ ਕਰ ਦੇਣਗੇ। ਤੁਹਾਡੀ ਮੈਮਰੀ ਐਪ ਕਲੀਅਰ ਕਰ ਦੇਗਾ ਪੂਰੀ। ਅੱਛਾ ਅੱਛਾ। ਹਾਂਜੀ ਐਂਡਰੋਇਡ ਐਪ ਮੈਨੇਜਰ ਇੱਦਾਂ ਕੁਝ ਲਿਖੋਗੇ ਨਾ ਉਹ ਆ ਜਾਏਗਾ ਜੀ। ਇੱਥੇ ਤੁਹਾਨੂੰ ਨਜ਼ਰ ਆ ਰਹੀ ਨੇ ਕੁਝ ਐਪਲੀਕੇਸ਼ਨ ਬੜੀ ਐਪਲੀਕੇਸ਼ਨ ਪਿੱਛੇ ਨਹੀਂ ਸਾਨੂੰ ਨਜ਼ਰ ਨਹੀਂ ਆਉਂਦੀਆਂ ਹੈਗੀਆਂ। ਘੱਟੋ ਘੱਟ 20-25 ਐਪਲੀਕੇਸ਼ਨ ਪਿੱਛੇ ਵੀ ਚੱਲਦੀਆਂ ਨੇ ਉਹਨੇ ਉਹ ਵੀ ਸਾਰੀਆਂ ਬੰਦ ਕਰ ਦਿੱਤੀਆਂ ਨੇ ਪਲੇ ਸਟੋਰ ਤੇ। ਹਾਂਜੀ ਸਭ ਕੁਝ ਪਲੇ ਸਟੋਰ ਤੇ ਹੀ ਹੈਗਾ। ਉਹਦਾ ਤਰੀਕਾ ਤੁਹਾਡੀ ਮਾਰਕੀਟ ਪਲੇਸ ਹੈ ਵੀ ਮਾਰਕੀਟ ਦੀ ਜਾ ਕੇ ਕੁਝ ਬਾਏ ਕਰਨਾ ਸਭ ਇੱਥੇ ਹੀਗਾ। ਪੀ ਤੋਂ ਲੱਭੋ ਨਾ ਤੇ ਪੀ ਤੋਂ ਆ ਗਿਆ ਪਲੇ ਸਟੋਰ ਆ ਗਿਆ। ਪਲੇ ਸਟੋਰ ਜਿਹੜਾ ਗੂਗਲ ਦਾ ਮੇਨ ਤੁਹਾਡਾ ਜਿਹੜਾ ਕਹ ਲਓ ਹੈਡਕੁਆਟਰ ਹੈ ਵੀ ਤੁਸੀਂ ਜੋ ਵੀ ਡਾਊਨਲੋਡ ਕਰਨਾ ਜਾਂ ਡਾਊਨਲੋਡ ਕਰਨਾ ਮੇਨਲੀ ਐਪਲੀਕੇਸ਼ਨ ਉਹ ਇੱਥੋਂ ਕਰਨੀ ਸਰ। ਇੱਥੋਂ ਕਰਕੇ ਸਰਚ ਕਰ ਦਿਓ ਆਪਣਾ ਲਿਖੋ ਐਂਡਰੋਇਡ ਐਪ ਮੈਨੇਜਰ ਲਿਖੋ ਸਿਰਫ
APP ਮੈਨੇਜਰ ਦੇ ਸਪੈਲਿੰਗ ਥੋੜੇ ਗਲਤ ਹੋ ਗਈ। ਜਿਹਨੂੰ ਬੈਕ ਸਪੇਸ ਕਰ ਹੈ ਇਹਦਾ ਹੁਣ ਦੁਬਾਰਾ ਲਿਖੋ ਐਪ ਮੈਨੇਜਰ ਐਪ ਮੈਨੇਜਰ का बहुत टाइम लगता है क्योंकि ना ऊपरों सर्वर तो चलाता सारा ਜਲਦੀ ਚ ਨਾ ਅੱਖਰ ਕਿਤੇ ਬਰੀਕ ਨੇ, ये वैसे भी बरीक ने ना अखर ਗਲਤ ਦੱਬਿਆ ਜਾਂਦਾ। हाँ जी बस